गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा, वाहिगुरु जी की फतेह। गुरबाणी गुरु विच सतगुरु आपां जो उपदेश बख्शिश कर रहे कि संसार दे विच जदों साडा मन आउंदा है, इत्थे आके जदों ये भरम च पै जांदा है, ये विचारां दे विच फिर आशा अभिलाषा तृष्णावां दे विच चला जांदा। और ये जिहड़ियां आसावां ने इहदे विच फिर मन दुखी बहुत होंदा। मनमुख जिहड़ा जिन्हें गुरु की मत नहीं लई, वो फिर आशा अभिलाषावां दे विच हर समय अशांत रहिंदा। ते सतगुरु कहते भी अत का जिहड़ा दुख है वो फिर दुख भोगदा। महाराज सच्चे पातशाह सानू फरमाउंदे आसा विच अत दुख घना, मन मुख चित लाया, गुरमुख भई निराश, परम सुख पाया। सतगुरु कहते भी मनमुख ने आशा अभिलाषावां दे विच चित जोड़े, जिहड़े गुरमुख सी वो इधर आशा अभिलाषावां तो तृष्णा तो निराश हो गए, तो उन्होंने फिर परम सुख की प्राप्ति होती। वो इधरों आशा खत्म कर देंदी, संसार की आशा नहीं। तो इस वास्ते फिर सतगुरु समझाते भी ये जिहड़ी आशा मनमुख की ये कदे खत्म होंदी नहीं, कदे पूरी होंदी नहीं। जीव आशा दे विच ही जमदा, आशा दे विच ही वो सारा जीवन लंघा दिंदा ते वापस फिर आकारां च चला जांदा। फिर इहनूं झोटां सहणीआं पैंदियां जमां दी। महाराज कहंदे आशा करता जग मूआ, आशा मरे न जाए। बई ये जगत जिहड़ा ये मर गया आशा करदा करदा, पर ये आशा जिहड़ी जीव दी ये खत्म नहीं होंदी। ना आशा मरदी ते ना जांदी।
ਇਸ ਲਈ ਕਹਿੰਦੇ ਆਸਾ ਅੰਦਰ ਜੰਮਿਆ, ਆਸਾ ਰਸ ਕਸ ਖਾਈ, ਆਸਾ ਬੰਦ ਚਲਾਈਏ, ਮੂੰਹੇ ਮੂੰਹ ਚੋਟਾਂ ਖਾਈ। ਬਈ ਮਨਮੁਖ ਜਿਹੜਾ ਉਹ ਆਸਾ ਦੇ ਵਿੱਚ ਹੀ ਜੰਮਦਾ, ਆਸਾ ਜੀ ਮਰਦਾ, ਅਤੇ ਆਸਾ ਦੇ ਵਿੱਚ ਹੀ ਉਹਨੂੰ ਚੋਟਾਂ ਸਹਿਣੀਆਂ ਪੈਂਦੀਆਂ, ਕਿਉਂਕਿ ਜਿਹੜੀ ਆਸਾ ਉਹਦੀ ਇਹ ਕਦੇ ਪੂਰੀ ਹੁੰਦੀ ਨਹੀਂ। ਉਹਨੂੰ ਹੈ ਸੁੱਖ ਦੀ ਆਸਾ, ਅਤੇ ਸੁੱਖ ਦੀ ਆਸਾ ਉਹਨੇ ਲਾਈ ਕਿੱਥੋਂ ਹੋਈ ਹੈ? ਉਹ ਹੀ ਬਿੱਖ ਦੇ ਵਿੱਚੋਂ, ਜ਼ਹਿਰ ਦੇ ਵਿੱਚੋਂ ਸੁੱਖ ਲੱਭਦਾ ਹੈ। ਮਤਲਬ ਉਹ ਮਾਇਆ ਦੇ ਵਿੱਚੋਂ ਸੁੱਖ ਦੀ ਆਸ ਲਈ ਬੈਠਾ, ਇੱਥੇ ਸੁਖੀ ਹੋਣਾ ਚਾਹੁੰਦਾ ਹੈ। ਅਤੇ ਮਹਾਰਾਜ ਕਹਿੰਦੇ ਵੀ ਜੇ ਸਾਨੂੰ ਹਜੇ ਸੰਸਾਰ ਦੇ ਵਿੱਚ ਮਾਇਆ ਦੇ ਵਿੱਚੋਂ ਸੁੱਖ ਦੀ ਆਸਾ ਹੈ, ਫਿਰ ਅਸੀਂ ਆਪਦੇ ਘਰ ਨਹੀਂ ਜਾ ਸਕਦੇ, ਫਿਰ ਸਾਡਾ ਨਿਵਾਸ ਸੱਚ ਦੇ ਵਿੱਚ ਮਨ ਦਾ ਹੋ ਨਹੀਂ ਸਕਦਾ। ਕਿਵੇਂ ਮਲਕ 'ਚ ਸਮਾਵੀ? ਮਾਰੇ ਫਰਮਾਉਂਦੇ ਵਿਖਿਆ ਅਜਹੂ ਸੁਰਤ ਸੁਖ ਆਸਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਬਈ ਸਾਡੇ ਮਨ ਦਾ ਨਿਵਾਸ ਸੱਚ ਦੇ ਵਿੱਚ ਕਿਵੇਂ ਹੋਵੇ, ਮਾਲਕ ਦੇ ਵਿੱਚ ਕਿਵੇਂ ਸਮਾਵੇ? ਕਿਉਂਕਿ ਇਹਨੂੰ ਆਸਾ ਸੰਸਾਰ ਦੇ ਵਿੱਚ ਬਈ ਮੈਂ ਵੱਧ ਤੋਂ ਵੱਧ ਧਨ ਇਕੱਠਾ ਕਰ ਲਾਂ, ਧਨ ਦੀ ਆਸ, ਸੰਸਾਰ ਦੇ ਪਦਾਰਥਾਂ ਦੀ ਆਸਾ, ਬਈ ਹਜੇ ਥੋੜ੍ਹੇ ਨੇ, ਜੇ ਆ ਹੋਰ ਮਿਲ ਜਾਣ ਅਤੇ ਸੁਖੀ ਹੋ ਜਾ। ਜਾਣੀ ਦੇ ਗਾਂਹ ਦੀ ਗਾਂਹ ਇਹ ਆਸਾ ਜੀਵ ਦੀ ਵੱਧਦੀ ਜਾਂਦੀ, ਇਹ ਮੁੱਕਦੀ ਨਹੀਂ ਹੈ, ਖਤਮ ਨਹੀਂ ਹੁੰਦੀ। ਖਤਮ ਤਾਂ ਹੋਣੀ ਜੇ ਇੱਧਰੋਂ ਨਿਰਾਸ਼ ਹੋਵੇ। ਜਿਵੇਂ ਮਹਾਰਾਜ ਕਹਿੰਦੇ ਵੀ ਗੁਰਮੁਖ ਨਿਰਾਸ਼ ਹੋ ਗਏ ਆਸਾ ਦੇ ਵਿੱਚ, ਅਤੇ ਉਹਨਾਂ ਨੇ ਪਰਮ ਸੁੱਖ ਦੀ ਪ੍ਰਾਪਤੀ ਕੀਤੀ। ਹੁਣ ਸਾਡਾ ਜਿਹੜਾ ਮਨ ਉਹ ਨਿਰਾਸ਼ ਹੁੰਦਾ ਹੀ ਨਹੀਂ, ਇਹ ਤਾਂ ਸਮਝਦਾ ਹੈ ਬਈ ਮੈਂ ਹੋਰ ਇਕੱਠਾ ਕਰ ਲਾਂ, ਹੋਰ ਕਰ ਲਾਂ, ਅਤੇ ਫਿਰ ਮੈਂ ਸੁਖੀ ਹੋ ਜਾ। ਜਿਵੇਂ ਆਮ ਜੀਵ ਸੰਸਾਰ ਦੇ ਵਿੱਚ ਇਹੋ ਕਹਿੰਦਾ ਵੀ ਮੇਰੇ ਵੀ ਕਦੇ ਦਿਨ ਆਉਣਗੇ, ਮੇਰਾ ਵੀ ਸਮਾਂ ਬਦਲੇਗਾ, ਮੈਂ ਵੀ ਸੁਖੀ ਹੋਵਾਂਗਾ। ਉਹ ਦੌਦਾ ਦੇ ਵਿੱਚ ਕਹਿੰਦਾ, ਇਹ ਨਹੀਂ ਵੀ ਉਹ ਕਹਿੰਦਾ ਵੀ ਮੇਰਾ ਸਮਾਂ ਬਦਲੇਗਾ, ਵੀ ਮੈਂ ਪਰਮਾਤਮਾ ਦੀ ਭਗਤੀ ਕਰਾਂਗਾ ਜਾਂ ਮੈਂ ਸਿਮਰਨ ਕਰਾਂਗਾ। ਇਸ ਵਾਸਤੇ ਨਹੀਂ, ਸਿਰਫ ਬਈ ਮੇਰੇ ਕੋਲ ਵੀ ਕਿਤੇ ਵੱਧ ਤੋਂ ਵੱਧ ਧਨ ਹੋਊਗਾ, ਮੇਰੇ ਕੋਲ ਵੀ ਸੰਸਾਰ ਦੇ ਬਹੁਤ ਚੰਗੇ ਚੰਗੇ ਪਦਾਰਥ ਹੋਣਗੇ, ਅਤੇ ਉਹ ਦੇਖ ਕੇ ਫਿਰ ਹੋਰ ਜੀਵਨ ਨੂੰ ਤਕਲੀਫ ਹੋਏਗੀ ਅਤੇ ਮੈਨੂੰ ਬੜੀ ਖੁਸ਼ੀ ਹੋਏਗੀ। ਜਾਣੀ ਦੀ ਉਹ ਸੰਸਾਰ ਦੇ ਵਿੱਚ ਦੌਦਾ ਦੇ ਵਿੱਚ ਵੈਰ ਵਿਰੋਧ ਦੇ ਵਿੱਚ ਪਿਆ ਹੋਇਆ, ਇਹ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਪਿਆ ਹੋਇਆ। ਉਹ ਕਹਿੰਦਾ ਹੈ ਵੀ ਮੇਰਾ ਵੀ ਵਕਤ ਬਦਲੇਗਾ, ਅਤੇ ਮਾਇਆ ਦੇ ਵਿੱਚ ਕਦੇ ਜੀਵ ਸੁਖੀ ਹੁੰਦਾ ਨਹੀਂ। ਇਹਦੇ ਵਿੱਚ ਵਕਤ ਕਿਸੇ ਦਾ ਨਹੀਂ ਬਦਲਦਾ, ਸਦਾ ਦੁੱਖ ਹੈ ਇਹਦੇ ਵਿੱਚ। ਵਕਤ ਉਦੋਂ ਬਦਲਦਾ ਸਾਡਾ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਜਦੋਂ ਅਸੀਂ ਸਿਮਰਨ ਅਭਿਆਸ ਕਰਦੇ ਹਾਂ, ਅਸੀਂ ਪਰਮਾਤਮਾ ਦੇ ਨਾਲ, ਸੱਚ ਦੇ ਨਾਲ ਜੁੜਦੇ ਹਾਂ, ਫਿਰ ਸਾਡਾ ਵਕਤ ਬਦਲਦਾ, ਫਿਰ ਸਾਡਾ ਸਮਾਂ ਬਦਲਦਾ, ਫਿਰ ਸਾਡੇ ਚੰਗੇ ਦਿਨ ਆਉਂਦੇ, ਭਲੇ ਦਿਨ ਆਉਂਦੇ। ਜਿਵੇਂ ਮਹਾਰਾਜ ਸਾਨੂੰ ਦੱਸਦੇ ਵੀ ਜਦੋਂ ਸਾਨੂੰ ਸਤ ਸੰਗਤ ਮਿਲੀ, ਸਾਧੂ ਜਨਾਂ ਦਾ ਸੰਗ ਹੋਇਆ, ਸਾਡੇ ਦਿਨ ਭਲੇ ਆ ਗਏ, ਸਾਡਾ ਸਮਾਂ ਭਲਾ ਆ ਗਿਆ। ਰਮਾਉਂਦੇ ਜਬ ਤੇ ਦਰਸ਼ਨ ਭੇਟੇ, ਸਾਧੂ ਭਲੇ ਦਿਨ ਸੋਏ ਆਈ। ਇਹਨੂੰ ਕਹਿੰਦੇ ਭਲਾ ਸਮਾਂ, ਚੰਗਾ। ਜਦੋਂ ਆਪਾਂ ਇਹ ਸਤ ਸੰਗਤ ਕਰਦੇ ਹਾਂ, ਸਾਨੂੰ ਸਤ ਸੰਗਤ ਮਿਲ ਗਈ, ਅਤੇ ਸਮਝ ਲਓ ਇਹ ਸਾਡਾ ਭਲਾ ਹੈ ਸਮਾਂ।
ਜਦੋਂ ਆਪਾਂ ਸਿਮਰਨ ਕਰਦੇ ਹਾਂ, ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਸਮਝ ਲਓ ਸਾਡਾ ਭਲਾ ਸਮਾਂ, ਚੰਗਾ ਸਮਾਂ ਸਾਡੇ ਵਾਸਤੇ। ਅਤੇ ਮਨਮੁਖ ਜੀਵ ਉਹਦਾ ਵਸ ਹੋਇਆ ਆਸ਼ਾ ਅਭਿਲਾਸ਼ਾਵਾਂ ਦੇ ਵਿੱਚ। ਉਹ ਸਮਝਦਾ ਵੀ ਸੰਸਾਰ ਦੇ ਵਿੱਚ ਵੀ ਇੱਥੇ ਮੈਂ ਸੁਖੀ ਹੋਵਾਂਗਾ, ਅਤੇ ਇੱਥੇ ਉਹ ਸੁਖੀ ਹੁੰਦਾ ਨਹੀਂ। ਉਹਦੀ ਜਿਹੜੀ ਇਹ ਆਸ਼ਾ ਇਹ ਕਦੇ ਮੁੱਕਦੀ ਨਹੀਂ, ਨਾ ਹੀ ਕਦੇ ਉਹਦੀ ਆਸਾ ਇਹ ਪੂਰੀ ਹੁੰਦੀ, ਵਿੱਚ ਹੀ ਅਧੂਰੀਆਂ ਹੀ ਰਹਿ ਜਾਂਦੀਆਂ ਆਸ਼ਾ ਜਦ ਨੂੰ ਸਮਾਂ ਪੂਰਾ ਹੋ ਜਾਂਦਾ। ਸਾਰੀ ਉਮਰ ਇੱਧਰ ਆਸ਼ਾ ਅਭਿਲਾਸ਼ਾਵਾਂ ਦੇ ਵਿੱਚ ਰਹਿੰਦਾ, ਉਹ ਖਤਮ ਨਹੀਂ ਹੁੰਦੀਆਂ, ਅਤੇ ਉੱਧਰੋਂ ਸਮਾਂ ਇਹਦਾ ਮੁੱਕ ਜਾਂਦਾ। ਜਿਵੇਂ ਮਹਾਰਾਜ ਕਹਿੰਦੇ ਵੀ ਦਰਿਆ ਦੇ ਕਿਨਾਰੇ ਬਗਲਾ ਬੈਠਾ ਕੀਲ ਕਰਦਾ ਆਸ਼ਾ ਅਭਿਲਾਸ਼ਾਵਾਂ ਦੇ ਵਿੱਚ, ਅਤੇ ਕੀਲ ਕਰਦੇ ਨੂੰ ਚਿੰਤੀ ਬਾਜ ਪੈ ਗਈ, ਅਤੇ ਜਦੋਂ ਬਾਜ ਪਈ ਉਹਨੂੰ ਚਿੱਤ ਚੇਤੇ ਵੀ ਨਹੀਂ ਸੀ। ਉਹ ਤਾਂ ਸਮਝਦਾ ਸੀ ਵੀ ਮੈਂ ਸੁਖੀ ਹੋ ਜਾਵਾਂਗਾ ਇੱਧਰ, ਅਤੇ ਉਹਨੂੰ ਤਾਂ ਇਹ ਪਤਾ ਹੀ ਨਹੀਂ ਸੀ ਵੀ ਆਹ ਕੀ ਬਣ ਗਿਆ ਮੇਰੇ ਨਾਲ। ਉੱਧਰੋਂ ਜੰਮ ਜਿਹੜੇ ਉਹ ਕੁੱਟਣਾ ਸ਼ੁਰੂ ਕਰ ਦਿੰਦੇ ਸੀ। ਫਿਰ ਉਹ ਗੱਲਾਂ ਇਹਦੇ ਨਾਲ ਵਾਪਰਦੀਆਂ ਜਿਹੜੀਆਂ ਇਹਦੇ ਚਿੱਤ ਚੇਤੇ ਵੀ ਨਹੀਂ ਹੁੰਦੀਆਂ, ਜਿਹੜੇ ਇਹਨੇ ਸੋਚੀਆਂ ਵੀ ਨਹੀਂ ਹੁੰਦੀਆਂ, ਕਿਉਂਕਿ ਇਹਨੇ ਮਰਨਾ ਤਾਂ ਸੋਚਿਆ ਹੀ ਨਹੀਂ ਹੁੰਦਾ ਵੀ ਮੇਰਾ ਸਮਾਂ ਵੀ ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੀਲ ਕਰੇ, ਕੀਲ ਕਰੇਂਦੇ ਹੰਝ ਨੂੰ ਚਿੰਤੇ ਬਾਜ ਪਈ। ਬਾਜ ਪਈ ਤੇ ਸਰਬ ਦੇ ਕੀਲਾਂ ਵਿਸਰੀਆਂ, ਜੋ ਮਨ ਚਿੱਤ ਨ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਵੀ ਜਿਹੜੀਆਂ ਇਹਦੇ ਕਦੇ ਚਿੱਤ ਚੇਤੇ ਵੀ ਨਹੀਂ ਸੀ, ਇਹਨੇ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਇਹ ਸਾਰਾ ਕੁਛ ਇੱਥੇ ਹੀ ਰਹਿ ਜਾਣਾ ਜਿਹੜਾ ਮੈਂ ਇਕੱਠਾ ਕਰਨ ਲੱਗਿਆ ਹੋਇਆ ਸਾਜੋ ਸਮਾਨ। ਇਹ ਤਾਂ ਸਮਝਦਾ ਸੀ ਵੀ ਮੈਂ ਹੋਰ ਤੋਂ ਹੋਰ ਇਕੱਠਾ ਕਰੀ ਜਾਵਾਂ, ਹੋਰ ਆਸ਼ਾ ਲਾਈ ਬੈਠਾ ਸੀ, ਅਤੇ ਉਹ ਆਸਾ ਵਿੱਚ ਹੀ ਰਹਿ ਗਈ, ਉਹ ਸਮਾਂ ਹੀ ਖਤਮ ਹੋ ਗਿਆ। ਤਾਂ ਮਹਾਰਾਜ ਕਹਿੰਦੇ ਵੀ ਜੀਵ ਮਨਮੁਖ ਜਿਹੜਾ ਉਹ ਆਸਾ ਦੇ ਵਿੱਚ ਬਹੁਤ ਦੁੱਖ ਭੋਗਦਾ, ਬੜਾ ਦੁਖੀ ਹੁੰਦਾ, ਅਤੇ ਉਹਦੀਆਂ ਇਹ ਆਸਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ, ਨਾ ਕਦੇ ਖਤਮ ਹੁੰਦੀਆਂ ਅਤੇ ਨਾ ਹੀ ਕਦੇ ਪੂਰੀਆਂ ਹੁੰਦੀਆਂ, ਵਿੱਚ ਹੀ ਰਹਿ ਜਾਂਦੀਆਂ ਅਧੂਰੀਆਂ। ਅਤੇ ਜਿਹੜੇ ਗੁਰਮੁਖ ਨੇ, ਜਿਹੜੇ ਇਸ ਮਾਰਗ 'ਤੇ ਚੱਲੇ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ, ਉਹਨਾਂ ਦੀ ਆਸ ਇੱਕੋ ਹੀ ਹੁੰਦੀ ਪਰਮਾਤਮਾ ਨੂੰ ਮਿਲਣਾ। ਉਹਨਾਂ ਨੂੰ ਆਸ ਹੈ ਉਹ ਪਿਆਰੀ ਦੀ, ਪਰਮਾਤਮਾ ਦੀ, ਵੀ ਕਦੋਂ ਉਹਦੇ ਨਾਲ ਮਿਲਾਪ ਹੋਵੇ, ਕਦੋਂ ਅਸੀਂ ਇਕੱਠੇ ਬੈਠ ਕੇ ਇੱਕ ਦੂਸਰੇ ਨਾਲ ਵਿਚਾਰਾਂ ਕਰੀਏ। ਉਹਨਾਂ ਦੀ ਇਹ ਆਸ ਜਿਸ ਨੂੰ ਮਹਾਰਾਜ ਕਹਿੰਦੇ ਕਹੇ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਵੀ ਅਸੀਂ ਇਹ ਆਸ ਲੈ ਕੇ ਜਿਉਂਦੇ ਵੀ ਬੜਾ ਚਿਰ ਹੋ ਗਿਆ ਤੇ ਤੂੰ ਵਿਛੜਿਆ, ਕਦੋਂ ਸਾਡਾ ਇਹ ਵਿਛੋੜਾ ਖਤਮ ਹੋਵੇ ਅਤੇ ਕਦੋਂ ਤੇਰੇ ਨਾਲ ਮਿਲਾਪ ਹੋਵੇ। ਇਹ ਆਸ ਹੈ ਗੁਰਮੁਖਾਂ ਨੂੰ। ਜਦੋਂ ਉਹਨਾਂ ਦੀ ਇਹ ਆਸ ਹੈ, ਉਹ ਇੱਕੋ ਹੀ ਆਸ ਉਹਨਾਂ ਦੀ, ਅਤੇ ਉਹ ਆਸ ਉਹਨਾਂ ਦੀ ਮਾਲਕ ਖੁਦ ਪੂਰੀ ਕਰ ਦਿੰਦਾ। ਜਿਹਨੂੰ ਮਹਾਰਾਜ ਕਹਿੰਦੇ ਨਾਨਕ ਆਸਾਂ ਪੂਰੀਆਂ, ਸੱਚੇ ਸਿਉਂ ਚਿੱਤ ਲਾਈ। ਬਈ ਜਿਨ੍ਹਾਂ ਨੇ ਸੱਚ ਦੇ ਨਾਲ ਚਿੱਤ ਲਾ ਲਿਆ, ਮਾਲਕ ਨਾਲ ਚਿੱਤ ਲਾ ਲਿਆ, ਉਹਨਾਂ ਦੀਆਂ ਸਾਰੀਆਂ ਆਸਾਂ ਹੀ ਪੂਰੀਆਂ ਹੋ ਗਈਆਂ, ਕਿਉਂਕਿ ਉਹਨਾਂ ਦੀ ਆਸ ਹੀ ਇਹ ਸੀ ਪਰਮਾਤਮਾ ਨੂੰ ਮਿਲਣਾ, ਅਤੇ ਉਹ ਮਾਲਕ ਨੇ ਖੁਦ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ, ਅਤੇ ਇਸ ਕਰਕੇ ਉਹਨਾਂ ਦੀਆਂ ਸਾਰੀਆਂ ਆਸਾਂ ਸੀ ਜਿਹੜੀਆਂ ਉਹ ਪੂਰੀਆਂ ਹੋ ਗਈਆਂ। ਪਰ ਇੱਧਰ ਸੰਸਾਰ ਦੇ ਵਿੱਚ ਰਹਿ ਗੁਣਾਂ ਦੇ ਵਿੱਚ ਮਨਮੁਖ ਦੀ ਕਦੇ ਆਸ ਪੂਰੀ ਨਹੀਂ ਹੁੰਦੀ। ਜਿਵੇਂ ਮਾਂ ਹੈ ਜਨਨੀ,
ਉਹ ਗਰਭ ਦੇ ਵਿੱਚ ਪੁੱਤ ਨੂੰ ਪਾਲਦੀ ਅਤੇ ਆਸਾ ਰੱਖਦੀ ਬਈ ਉਹ ਵੱਡਾ ਹੋਏਗਾ ਅਤੇ ਵੱਡਾ ਹੋ ਕੇ ਮੈਨੂੰ ਧਨ ਕਮਾ ਕੇ ਦੇਵੇਗਾ, ਮੇਰਾ ਨਾਂ ਰੋਸ਼ਨ ਕਰੇਗਾ। ਮਹਾਰਾਜ ਕਹਿੰਦੇ ਜਿਉ ਜਨਨੀ ਗਰਭ ਪਾਲਤੀ ਸੁਤ ਕੀ ਰਖ ਆਸਾ, ਬਈ ਉਹ ਆਸਾ ਕਰਦੀ ਆਪਦੇ ਪੁੱਤ ਬੱਚਿਆਂ ਤੋਂ। ਕਾਹਦੀ ਆਸਾ ਕਰਦੀ? ਇਹ ਸੁੱਖ ਦੀ, ਬਈ ਸਾਨੂੰ ਵੱਡੇ ਹੋ ਕੇ ਸੁੱਖ ਦੇਣਗੇ, ਸਾਨੂੰ ਸਹੂਲਤਾਂ ਦੇਣਗੇ। ਪਰ ਉਹ ਆਸਾ ਜਿਹੜੀ ਉਹ ਪੂਰੀ ਨਹੀਂ ਹੁੰਦੀ ਜੀਵ ਦੀ ਇਸ ਸੰਸਾਰ ਦੇ ਵਿੱਚ, ਕਿਉਂਕਿ ਮਹਾਰਾਜ ਕਹਿੰਦੇ ਸੁੱਖ ਤਾਂ ਮਿਲੇ ਜੇ ਅਸੀਂ ਨਾਮ ਦੇ ਨਾਲ ਜੁੜੀਏ, ਜੇ ਅਸੀਂ ਸੱਚ ਦੇ ਨਾਲ ਜੁੜੀਏ। ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਦੱਸਦੇ ਵੀ ਇੱਕ ਮਨਮੁਖ ਜੀਵ ਹੈ ਜਿਹੜਾ ਉਹਦੀ ਵਸ, ਬਈ ਦੋ ਜੀਵ ਨੇ ਪਤੀ ਪਤਨੀ, ਉਹ ਜਦੋਂ ਇਕੱਠੇ ਹੁੰਦੇ ਸੰਯੋਗ ਅਤੇ ਇੱਕ ਦੂਸਰੇ ਦੇ ਨਾਲ ਉਹ ਬੜੀ ਪ੍ਰੀਤ ਕਰਦੇ, ਬੜਾ ਪਿਆਰ ਕਰਦੇ ਅਤੇ ਮੋਹ ਨੂੰ ਫਿਰ ਅੱਗੇ ਵਧਾਉਂਦੇ, ਅੱਗੇ ਬੱਚੇ ਪੈਦਾ ਹੋ ਜਾਂਦੇ। ਮਹਾਰਾਜ ਕਹਿੰਦੇ ਇਸਤਰੀ ਪੁਰਖੇ ਮੋਹ ਪ੍ਰੀਤ ਮਿਲ ਮੋਹ ਵਧਾਇਆ, ਬਈ ਉਹਨਾਂ ਨੇ ਮਿਲ ਕੇ ਅੱਗੇ ਜਿਹੜਾ ਪਰਿਵਾਰ ਸੀ ਉਹ ਪਰਿਵਾਰ ਵਧਿਆ ਅੱਗੇ। ਫਿਰ ਉਹ ਜੀਵ ਦੇਖ ਕੇ ਖੁਸ਼ ਹੁੰਦਾ, ਆਪਦੇ ਧੀਆਂ ਪੁੱਤਰਾਂ ਨੂੰ ਵੱਡੇ ਹੋ ਜਾਂਦੇ, ਉਹਨਾਂ ਨੂੰ ਦੇਖ ਕੇ ਬੜਾ ਖੁਸ਼ ਹੁੰਦੇ। ਮਹਾਰਾਜ ਕਹਿੰਦੇ ਸੌਤ ਦਾਰਾ ਨਿਤ ਵੇਖ ਵਿਕਸੇ ਮੋਹੇ ਮਾਇਆ, ਬਈ ਆਪਦੇ ਪਰਿਵਾਰ ਨੂੰ ਧੀਆਂ ਪੁੱਤਰਾਂ ਨੂੰ ਦੇਖ ਕੇ ਉਹ ਬੜਾ ਖੁਸ਼ ਹੁੰਦੇ ਵੀ ਵੱਡੇ ਹੋ ਰਹੇ, ਜਵਾਨ ਹੋ ਰਹੇ। ਫਿਰ ਉਹਨਾਂ ਵਾਸਤੇ ਉਹ ਧਨ ਇਕੱਠਾ ਕਰਦੇ, ਬਈ ਵੱਧ ਤੋਂ ਵੱਧ ਕਮਾਈ ਕਰਦਾ, ਪਿਓ ਕਮਾਈ ਕਰਦਾ, ਮਾਂ ਕਮਾਈ ਕਰਦੀ ਬੱਚਿਆਂ ਵਾਸਤੇ। ਮਹਾਰਾਜ ਕਹਿੰਦੇ ਦੇਸ ਪਰਦੇਸ ਧਨ ਚਰਾਏ ਆਣ ਮੂੰਹ ਪਾਇਆ, ਬਈ ਦੇਸਾਂ ਦੇ ਵਿੱਚ ਪਰਦੇਸਾਂ 'ਚ ਵੀ ਜਾਂਦੇ, ਬਾਹਰ ਚਲੇ ਜਾਂਦੇ, ਉੱਥੇ ਜਾ ਕੇ ਵੀ ਇਕੱਠਾ ਕਰਦੇ, ਥੋੜ੍ਹਾ ਥੋੜ੍ਹਾ ਪੈਸਾ ਜੋੜਦੇ, ਉਹਨਾਂ ਦੇ ਮੂੰਹ ਦੇ ਵਿੱਚ ਪਾਉਂਦੇ ਆ ਕੇ, ਮਤਲਬ ਉਹਨਾਂ ਨੂੰ ਇਕੱਠਾ ਕਰਕੇ ਦਿੰਦੇ। ਫਿਰ ਇਹ ਸਾਰੀ ਜ਼ਿੰਦਗੀ ਉਹਨਾਂ ਦੀ ਜਦੋਂ ਇਸੇ ਤਰ੍ਹਾਂ ਹੀ ਨਿਕਲਦੀ ਅਤੇ ਅੰਤ ਨੂੰ ਫਿਰ ਇਹਦਾ ਰਿਜ਼ਲਟ ਕੀ ਮਿਲਦਾ, ਗਾਹਾਂ ਫਿਰ ਕੀ ਪੈਦਾ ਹੁੰਦਾ। ਫਿਰ ਮਹਾਰਾਜ ਕਹਿੰਦੇ ਅੰਤੇ ਹੋਆ ਵੈਰ ਵਿਰੋਧ ਕੋ ਸਕੇ ਨਾ ਛਡਾਇਆ, ਮਾਂ ਪਿਓ ਬੈਠੇ, ਧੀਆਂ ਪੁੱਤਰ ਜਵਾਨ ਹੋ ਗਏ। ਔਰ ਜਦੋਂ ਜਵਾਨ ਹੋਏ ਅਤੇ ਅੰਤੇ ਹੋਆ ਵੈਰ ਵਿਰੋਧ, ਉਹਨਾਂ ਦੇ ਵਿੱਚ ਆਪਸ ਵਿੱਚ ਹੀ ਵੈਰ ਵਿਰੋਧ ਪੈ ਗਿਆ। ਵੈਰ ਵਿਰੋਧ ਕੀ ਪਿਆ, ਵੀ ਜਿਹੜੇ ਬੱਚੇ ਉਹ ਮਾਂ ਪਿਓ ਨੂੰ ਕਹਿੰਦੇ, ਇੱਕ ਨੂੰ ਕਹਿੰਦੇ ਵੀ ਤੂੰ ਇਹਨੂੰ ਜ਼ਿਆਦਾ ਪਿਆਰ ਕਰਦੇ, ਦੂਜਾ ਕਹਿੰਦਾ ਮੈਨੂੰ ਘੱਟ ਕਰਦੀ, ਇਹਨੂੰ ਤੁਸੀਂ ਜ਼ਿਆਦਾ ਦਿੰਦੇ ਹੋ, ਮੈਨੂੰ ਤੁਸੀਂ ਦਿੰਦੇ ਨਹੀਂ। ਜਾਣੀ ਕਿ ਉਹਨਾਂ ਦੇ ਵਿੱਚ ਆਪਸ ਵਿੱਚ ਹੀ ਵੈਰ ਵਿਰੋਧ ਇੰਨਾ ਵੱਧ ਗਿਆ, ਹੁਣ ਉਹ ਬਹੁਤ ਦੁਖੀ ਹੁੰਦੇ ਨੇ। ਮਾਂ ਪਿਓ ਜਿਹੜੇ ਉਹ ਬੜੇ ਦੁਖੀ ਹੋ ਰਹੇ ਵੀ ਇਹ ਹੋਇਆ ਅਤੇ ਹੋਇਆ ਕੀ, ਬਈ ਸਾਰੀ ਉਮਰ ਅਸੀਂ ਇਹਨਾਂ ਦੀ ਖਾਤਰ ਕਰਮ ਕਰਦੇ ਰਹੇ, ਸਾਰੀ ਉਮਰ ਇਹਨਾਂ ਨੂੰ ਜੋੜ ਜੋੜ ਕੇ ਦਿੰਦੇ ਰਹੇ, ਅਤੇ ਉਹ ਅੰਤ ਸਮੇਂ ਹੋਇਆ ਕਿ ਉਹ ਵੈਰ ਵਿਰੋਧ ਪੈਦਾ ਹੋ ਗਿਆ। ਭਰਾ ਭਰਾ ਆਪਸ ਵਿੱਚ ਉਹ ਲੜਦੇ ਨੇ, ਭੈਣ ਭਰਾ ਉਹ ਲੜਦੇ ਨੇ। ਫਿਰ ਸਤਿਗੁਰੂ ਕਹਿੰਦੇ ਵੀ ਇਹ ਧਰਿਗ ਹੈ ਮੋਹ ਕਟੰਬ, ਜਿਹਦੇ ਨਾਲ ਜੁੜ ਕੇ ਅਸੀਂ ਪਰਮਾਤਮਾ ਨੂੰ ਵਿਸਾਰ ਕੇ ਫਿਰ ਬਹੁਤ ਦੁੱਖ ਪਾਏ। ਨਾਨਕ ਬਿਨ ਨਾਮੇ ਧਰਿਗ ਮੋਹ,
ਜਿਤ ਲੱਗ ਦੁੱਖ ਪਾਇਆ। ਇਹ ਮਨਮੁਖ ਦੀ ਕਹਾਣੀ, ਮਨਮੁਖ ਦਾ ਜੀਵਨ। ਬਈ ਪਹਿਲਾਂ ਇਕੱਠੇ ਹੁੰਦੇ, ਇਸਤਰੀ ਪੁਰਖੇ ਬਹੁ ਪ੍ਰੀਤ ਮਿਲ ਮੋਹ ਵਧਾਇਆ। ਇਕੱਠੇ ਹੋ ਕੇ ਗਾ ਮੋਹ ਵਧਾਇਆ ਅਤੇ ਬੱਚੇ ਪੈਦਾ ਹੋ ਗਏ। ਫਿਰ ਬੱਚਿਆਂ ਨੂੰ ਦੇਖ ਦੇਖ ਕੇ ਖੁਸ਼ ਹੁੰਦੇ, ਫਿਰ ਉਹਨਾਂ ਦੀ ਖਾਤਰ ਕਰਮ ਕਰਦੇ, ਦੇਸ ਪਰਦੇਸ ਦੇ ਵਿੱਚ ਧਨ ਜੋੜਦੇ ਅਤੇ ਲਿਆ ਲਿਆ ਕੇ ਉਹਨਾਂ ਦੇ ਮੂੰਹਾਂ 'ਚ ਪਾਉਂਦੇ, ਉਹਨਾਂ ਨੂੰ ਇਕੱਠਾ ਕਰ ਦਿੰਦੇ। ਅਤੇ ਫਿਰ ਮਹਾਰਾਜ ਕਹਿੰਦੇ ਹੋਇਆ ਕਿ ਅੰਤ ਹੋਵੇ ਵੈਰ ਵਿਰੋਧ, ਹੋ ਸਕੇ ਨਾ ਛਡਾਇਆ। ਇਹ ਤੋਂ ਕੋਈ ਛਡਾ ਨਹੀਂ ਸਕਦਾ ਉਹਨਾਂ ਨੂੰ ਵੈਰ ਵਿਰੋਧ ਤੋਂ। ਕਿਉਂ ਨਹੀਂ ਛਡਾ ਸਕਦਾ? ਕਿਉਂਕਿ ਉਹਨਾਂ ਨੇ ਸਤ ਸੰਗਤ ਨਹੀਂ ਕੀਤੀ, ਉਹਨਾਂ ਨੇ ਗੁਰੂ ਦੀ ਮੱਤ ਨਹੀਂ ਲਈ। ਉਹਨਾਂ ਨੂੰ ਪਤਾ ਨਹੀਂ ਵੀ ਇਹ ਬਣਿਆ ਅਤੇ ਬਣਿਆ ਕੀ ਹੈ। ਵੀ ਕਾਹਤੋਂ ਸਾਡੇ ਪਰਿਵਾਰ 'ਚ ਵੈਰ ਵਿਰੋਧ ਪੈਦਾ ਹੋ ਗਿਆ? ਕਿਉਂ ਸਾਡੇ ਬੱਚੇ ਸਾਡੇ ਕਹਿਣੇ ਤੋਂ ਬਾਹਰ ਹੋ ਗਏ? ਕਿਉਂ ਆਪਸ ਵਿੱਚ ਲੜਦੇ? ਕਿਉਂ ਇੰਨਾ ਵੈਰ ਵਿਰੋਧ ਪੈਦਾ ਹੋ ਗਿਆ? ਉਹਦਾ ਭੇਦ ਨਹੀਂ, ਕਿਉਂਕਿ ਉਹਦਾ ਭੇਦ ਸਾਨੂੰ ਮਿਲਣਾ ਸੀ ਗੁਰੂ ਦੀ ਮੱਤ ਲੈ ਕੇ। ਉਹ ਭੇਦ ਸਾਨੂੰ ਮਿਲਣਾ ਸੀ ਸਤ ਸੰਗਤ ਦੇ ਵਿੱਚ ਆ ਕੇ। ਪਰ ਨਾ ਭੇਦ ਹੋਣ ਕਰਕੇ ਫਿਰ ਜੀਵ ਉਹ ਵੈਰ ਵਿਰੋਧ ਨੂੰ ਖਤਮ ਕਰਨ ਵਾਸਤੇ ਜਾਂ ਸੁੱਖ ਲੈਣ ਵਾਸਤੇ ਫਿਰ ਉਹਨਾਂ ਨੂੰ ਜਿੱਥੇ ਜੀਵ ਦੱਸਦਾ ਵੀ ਤੁਸੀਂ ਫਲਾਣੇ ਸਿਆਣੇ ਕੋਲ ਚਲੇ ਜਾਓ, ਉਹਦੇ ਕੋਲ ਚਲੇ ਜਾਂਦੇ। ਵੀ ਸਾਡੇ ਘਰ 'ਚ ਵੈਰ ਵਿਰੋਧ ਬੜਾ ਹੈ, ਬੱਚੇ ਕੰਮਕਾਰ ਨਹੀਂ ਕਰਦੇ, ਉਹ ਕਹਿਣਾ ਨਹੀਂ ਮੰਨਦੇ। ਜਾਂ ਕੋਈ ਹੋਰ ਜਗ੍ਹਾ ਕੋਈ ਦੱਸ ਦਿੰਦਾ ਵੀ ਫਲਾਣੀ ਜਗ੍ਹਾ ਜਾਓ ਜੀ, ਉੱਥੇ ਜਾ ਕੇ ਤੁਸੀਂ ਸੁਖਣਾ ਸੁੱਖ ਲਓ, ਤੁਹਾਡਾ ਕੰਮ ਹੋ ਜਾਏਗਾ। ਹੁਣ ਇਹ ਪਤਾ ਨਹੀਂ ਵੀ ਵੈਰ ਵਿਰੋਧ ਪੈਦਾ ਹੋਇਆ ਅਤੇ ਹੋਇਆ ਕਿਵੇਂ। ਨਾ ਤਾਂ ਜਿਹੜਾ ਉਹ ਦੱਸਣ ਵਾਲਾ ਉਹਨੂੰ ਪਤਾ ਹੈ, ਕਿਉਂਕਿ ਉਹਨੇ ਕਿਹੜਾ ਗੁਰੂ ਦੀ ਮੱਤ ਲਈ ਹੈ, ਅਤੇ ਨਾ ਉਹਨਾਂ ਨੂੰ ਪਤਾ ਜਿਹੜੇ ਪਰਿਵਾਰ ਦੇ ਮੈਂਬਰ, ਉਹਨਾਂ ਨੇ ਸਤ ਸੰਗਤ ਨਹੀਂ ਕੀਤੀ। ਨਾ ਉਹਨਾਂ ਨੂੰ ਪਤਾ ਵੀ ਇਹ ਵੈਰ ਵਿਰੋਧ ਹੋਇਆ ਅਤੇ ਹੋਇਆ ਕਿਵੇਂ, ਕਾਹਤੋਂ ਕਲੇਸ਼ ਵਧੇ। ਫਿਰ ਇਹਦੇ ਵਾਸਤੇ ਆਪਾਂ ਨੂੰ ਸਤਿਗੁਰੂ ਦੱਸਦੇ ਬਈ ਜੇ ਤਾਂ ਸਾਨੂੰ ਸਤ ਸੰਗਤ ਮਿਲ ਜੇ ਫਿਰ ਤਾਂ ਸਾਨੂੰ ਲੱਗ ਜਾਂਦੀ ਸਮਝ, ਫਿਰ ਤਾਂ ਅਸੀਂ ਇਹ ਕਲਾ ਕਲੇਸ਼ ਤੋਂ ਨਿਕਲ ਸਕਦੇ ਹਾਂ ਬਾਹਰ। ਜੇ ਸਾਨੂੰ ਗੁਰਮੁਖਾਂ ਦਾ ਸੰਗ ਨਾ ਹੋਵੇ, ਜੇ ਸਾਨੂੰ ਨਾ ਸਤ ਸੰਗਤ ਮਿਲੇ, ਤਾਂ ਫਿਰ ਇਹ ਦੁੱਖ ਹੋਰ ਵੱਧਦੇ ਜਾਂਦੇ, ਵੈਰ ਵਿਰੋਧ ਵੱਧਦਾ ਜਾਂਦਾ, ਇਹ ਘਟਦਾ ਨਹੀਂ। ਪਹਿਲਾਂ ਥੋੜ੍ਹਾ, ਫਿਰ ਗਾਂਹ ਦੀ ਗਾਂਹ ਭੈਣ ਭਰਾ ਅੱਡੋ ਅੱਡ ਹੋ ਜਾਣਗੇ, ਵਰਤਣੋਂ ਵੀ ਬੰਦ ਕਰ ਦੇਣਗੇ। ਉਹ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਵੀ ਕਿਵੇਂ ਇਹ ਵੈਰ ਫਿਰ ਗਾਂਹ ਦੀ ਗਾਂਹ ਵੱਧਦਾ ਜਾਂਦਾ, ਦੁਖਦਾ ਗਾਂਹ ਦੀ ਗਾਂਹ ਹੋਰ ਵੱਧਦੀ ਜਾਂਦੀ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰਾਂ ਨੇ ਇਹ ਸਾਡੇ ਜੀਵਨ ਦੀ ਜਾਂਚ ਦੱਸੀ ਬਈ ਕਿਵੇਂ ਅਸੀਂ ਇਹਨਾਂ ਕਲਾ ਕਲੇਸ਼ ਤੋਂ ਉੱਪਰ ਉੱਠਣਾ, ਕਿਵੇਂ ਸਾਡਾ ਜਿਹੜਾ ਜੀਵਨ ਉਹ ਸਫਲ ਹੋਣਾ, ਤਾਂ ਕਿ ਜਿਸ ਮਕਸਦ ਵਾਸਤੇ ਅਸੀਂ ਆਏ ਹਾਂ ਉਹਨੂੰ ਅਸੀਂ ਪੂਰਾ ਕਰ ਸਕੀਏ। ਔਰ ਮਨਮੁਖ ਦਾ ਤਾਂ ਉਹਨੂੰ ਤਾਂ ਪਤਾ ਹੀ ਨਹੀਂ, ਪਹਿਲਾਂ ਜਦੋਂ ਇਹ ਹਾਲਤ ਹੋ ਜਾਂਦੀ ਵੈਰ ਵਿਰੋਧ ਵਾਲੀ, ਉਹ ਇਹ ਪਾਸੇ ਤਾਂ ਚੱਲਦਾ ਹੀ ਨਹੀਂ, ਉਹਨੂੰ ਤਾਂ ਇਹ ਸੋਚ ਹੀ ਨਹੀਂ ਰਹਿੰਦੀ ਵੀ ਮੈਂ ਪਰਮਾਤਮਾ ਨੂੰ ਵੀ ਮਿਲਣਾ। ਉਹ ਤਾਂ ਇਹਨੂੰ ਹੀ ਠੀਕ ਕਰਨ ਵਾਸਤੇ ਲੱਗਿਆ, ਸੰਸਾਰ ਦੇ ਵਿੱਚ ਆਸ਼ਾ ਅਭਿਲਾਸ਼ਾ 'ਚ ਪਿਆ ਹੋਇਆ ਬਈ ਆਹ ਸੰਸਾਰ ਦਾ ਠੀਕ ਹੋ ਜੇ। ਅਤੇ ਉਹਦੇ ਵਾਸਤੇ ਫਿਰ ਉਹ ਇਹ ਨਹੀਂ ਦੇਖਦਾ ਵੀ ਇਹ ਵੈਰ ਵਿਰੋਧ ਪਿਆ ਕਾਹਤੋਂ, ਵੀ ਇਹਦਾ ਕਾਰਨ ਕੀ ਹੈ। ਵੀ ਵੈਰ ਵਿਰੋਧ ਸਾਡੇ ਅੰਦਰ, ਉਹ ਕਾਰਨ ਅੰਦਰੋਂ ਨਹੀਂ ਲੱਭਦਾ, ਉਹ ਬਾਹਰਮੁਖੀ ਹੋਣ ਕਰਕੇ ਉਹ ਬਾਹਰੋਂ ਸੁਖੀ ਹੋਣਾ ਚਾਹੁੰਦਾ। ਉਹਦੇ ਵਾਸਤੇ ਫਿਰ ਤਾਈਆਂ ਮਹਾਰਾਜ ਕਹਿੰਦੇ ਵੀ ਉਹ ਆਸਾ ਦੇ ਵਿੱਚ ਜਿਉਂਦਾ। ਉਹ ਕਹਿੰਦਾ ਵੀ ਮੇਰਾ ਵੀ ਵਕਤ ਆ, ਵੀ ਸਾਡੇ ਵੀ ਦਿਨ ਚੰਗੇ ਆ ਜਾਣਗੇ, ਸਮਾਂ। ਹੁਣ ਚੰਗੇ ਦਿਨ ਤਾਂ ਫੇਰ ਆਉਣ ਜੇ ਉਹ ਸਤ ਸੰਗਤ ਕਰਨ, ਜੇ ਉਹ ਸਿਮਰਨ ਕਰਨ, ਜੇ ਉਹ ਗੁਰੂ ਦੀ ਮੱਤ ਲੈਣ, ਅਤੇ ਜੇ ਉਹ ਇਹ ਸਮਝਣ। ਉਹ ਸਮਝਦੇ ਵੀ ਚੰਗੇ ਦਿਨ ਸੰਸਾਰ ਦੇ ਵਿੱਚ ਵੀ ਮਾਇਆ ਇਕੱਠੀ ਕਰਕੇ ਜਾਂ ਪਦਾਰਥ ਇਕੱਠੇ ਕਰਕੇ ਜਾਂ ਕਾਰੋਬਾਰ ਵਧੀਆ ਚਲਾ ਕੇ ਵੀ ਫਿਰ ਸਾਡੇ ਭਲੇ ਦਿਨ ਆਉਣਗੇ।
ਤੇ ਇਸ ਲਈ ਮਹਾਰਾਜ ਫਿਰ ਕਹਿੰਦੇ ਵੀ ਇਹ ਮਨਮੁਖ ਜਿਹੜਾ ਉਹ ਆਸਾ 'ਚ ਜਿਉਂ ਸੀ। ਇਸ ਲਈ ਕਹਿੰਦੇ ਆਸਾ ਵਿੱਚ ਅਤ ਦੁੱਖ ਘਣਾ ਮਨਮੁਖ ਚਿੱਤ ਲਾਇਆ, ਵੀ ਮਨਮੁਖ ਨੇ ਇਹ ਆਸਾ ਦੇ ਵਿੱਚ ਚਿੱਤ ਜੋੜਿਆ ਹੋਇਆ ਵੀ ਅੱਜ ਨਹੀਂ ਤੇ ਕੱਲ੍ਹ ਨੂੰ ਠੀਕ ਹੋ ਜਾਏਗਾ, ਕੱਲ੍ਹ ਨੂੰ ਨਹੀਂ ਤਾਂ ਹੋਰ ਅੱਗੇ ਠੀਕ ਹੋ ਜਾਏਗਾ। ਉਹ ਕਦੇ ਠੀਕ ਨਹੀਂ ਹੁੰਦਾ, ਕਿਉਂਕਿ ਮਹਾਰਾਜ ਦੱਸਦੇ ਵੀ ਉਹਦੇ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ। ਜੇ ਅਸੀਂ ਦੂਸਰੇ ਪਾਸੇ ਨੂੰ ਚੱਲ ਪਏ, ਬਈ ਸਿਆਣਿਆਂ ਵਾਲੇ ਪਾਸੇ ਚਲੇ ਗਏ ਜਾਂ ਹੋਰ ਅਸੀਂ ਸੰਤਾਂ ਕੋਲ ਚਲੇ ਗਏ ਜਿਹੜੇ ਅਨਾੜੀ ਸੰਤ ਨੇ, ਜਿਵੇਂ ਕਾਲ ਨੂੰ ਹੁਣ ਪਤਾ ਹੈ ਵੀ ਇਹਨਾਂ ਦੇ ਅੰਦਰ ਹੁਣ ਵੈਰ ਵਿਰੋਧ ਪੈਦਾ ਕਰ ਦਿੱਤਾ ਹੈ ਪਰਿਵਾਰ ਦੇ ਵਿੱਚ, ਤੇ ਹੁਣ ਇਹ ਸੰਤਾਂ ਕੋਲ ਜਾਣਗੇ। ਤੇ ਗਾਂ ਕਾਲ ਨੇ ਸੰਤ ਵੀ ਆਪਦੇ ਬਣਾਏ ਹੋਏ ਨੇ, ਵੀ ਉਹਨੂੰ ਪਤਾ ਵੀ ਇਹਨਾਂ ਨੂੰ ਕਿਹੜਾ ਪਤਾ ਵੀ ਸੰਤ ਕੀ ਕਹਿੰਦੇ ਨੇ, ਵੀ ਸੰਤਾਂ ਦੀ ਇਹਨਾਂ ਨੂੰ ਕਿਹੜਾ ਪਹਿਚਾਣ ਨੇ। ਇਹਨਾਂ ਨੇ ਜਾਣਾ ਸੰਤਾਂ ਕੋਲ, ਤੇ ਉਹਨੇ ਅੱਗੇ ਸੰਤ ਆਪਦੇ ਬਿਠਾਤੇ। ਜਦੋਂ ਅਸੀਂ ਉਹਨਾਂ ਕੋਲ ਜਾਂਦੇ, ਬਾਹਰੀ ਲਿਬਾਸ ਬੜਾ ਵਧੀਆ ਉਹਨਾਂ 'ਚ, ਤੇ ਸਾਨੂੰ ਲੱਗਦਾ ਵੀ ਇਹ ਤਾਂ ਪੂਰਨ ਸੰਤ ਨੇ ਜੀ। ਤੇ ਸਾਨੂੰ ਗੁਰਬਾਣੀ ਗੁਰੂ ਵਿੱਚ ਜਿਹੜੀ ਪਹਿਚਾਣ ਦੱਸੀ ਹੈ ਸੰਤਾਂ ਦੀ, ਜਿਹੜੇ ਹਰੀ ਦੇ ਸੰਤ ਨੇ ਤੇ ਜਿਹੜੇ ਕਾਲ ਦੇ ਸੰਤ ਨੇ, ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਕਿਹਦੇ ਸੰਤ ਨੇ। ਹੁਣ ਜਿਹੜਾ ਅਨਾੜੀ ਸੰਤ ਹੈ, ਕਾਲ ਦਾ ਸੰਤ, ਉਹਨੂੰ ਗੁਰਬਾਣੀ 'ਚ ਅਨਾੜੀ ਸੰਤ ਆਖੀ। ਜਦੋਂ ਅਸੀਂ ਅਨਾੜੀ ਸੰਤ ਪਾਸ ਜਾਵਾਂਗੇ, ਉਹਨੇ ਸਾਡੇ ਪਰਿਵਾਰ ਦੇ ਵਿੱਚ ਹੋਰ ਦੁਬਦਾ ਪਾ ਦੇਣਾ। ਵੈਰ ਵਿਰੋਧ ਤਾਂ ਪਹਿਲਾਂ ਹੀ ਹੈ, ਬਈ ਗਾਹਾਂ ਉਹ ਜਿਹੜਾ ਪਿਆ ਹੋਇਆ ਸਾਡੇ ਪਰਿਵਾਰ ਦੇ ਵਿੱਚ, ਤੇ ਉਹ ਗਏ ਉਹਨਾਂ ਪਾਸ ਵੀ ਸਾਨੂੰ ਸੁੱਖ ਸ਼ਾਂਤੀ ਮਿਲੇ, ਸਾਡੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਆਵੇ। ਤੇ ਉਹ ਗਾਂ ਕਾਲ ਦਾ ਸੰਤ ਬੈਠਾ, ਤੇ ਉਹਨੇ ਬਲਦੀ ਦੇ ਵਿੱਚ ਉਹ ਹੋਰ ਤੇਲ ਪਾ ਦੇਣਾ, ਤੇ ਉਹ ਹੋਰ ਅੱਗ ਭੜਕ ਜਾਣੀ, ਉਹ ਦੁਬਦਾ ਵੈਰ ਵਿਰੋਧ ਹੋਰ ਪੈਦਾ ਹੋ ਜਾਣਾ। ਜਿਸ ਨੂੰ ਮਹਾਰਾਜ ਕਹਿੰਦੇ ਬਲਦੀ ਅੰਦਰ ਤੇਲ ਦੁਬਦਾ ਘੱਤਿਆ, ਵੀ ਉਹਨੇ ਦੁਬਦਾ ਤਾਂ ਪਹਿਲਾਂ ਹੀ ਸੀ, ਉਹਦੇ ਵਿੱਚ ਹੋਰ ਤੇਲ ਪਾ ਦਿੱਤਾ। ਅਸੀਂ ਉਹਨੂੰ ਆਖਿਆ ਵੀ ਸਾਡੇ ਪਰਿਵਾਰ ਦੇ ਵਿੱਚ ਬਈ ਵੈਰ ਵਿਰੋਧ ਬੜਾ ਹੈ, ਬਈ ਸਾਡੇ ਕਲੇਸ਼ ਬੜਾ ਹੈ। ਤੇ ਉਹਨੇ ਅੱਗੇ ਉਹ ਕਹਿ ਦੇਣਾ ਵੀ ਤੁਹਾਡੇ ਘਰ 'ਚ ਕਿਸੇ ਨੇ ਕੁਛ ਕੀਤਾ ਹੋਇਆ ਜੀ। ਤੇ ਅਸੀਂ ਕਹਿੰਦੇ ਵੀ ਸਾਡੇ ਘਰ 'ਚ ਕੀਤਾ, ਕਿਹਨੇ ਕੀਤਾ? ਉਹ ਕਹਿੰਦੇ ਤੁਹਾਡੇ ਆਸ ਗੁਆਂਢੀ ਹੋਣਾ ਕੋਈ ਕਰਨ ਨਾਲ। ਤੇ ਉਹ ਸਾਡੇ ਅੰਦਰ ਦੁਬਦਾ ਪਹਿਲਾਂ ਹੀ ਹੁੰਦੀ, ਵੈਰ ਵਿਰੋਧ ਪਹਿਲਾਂ ਹੀ ਹੁੰਦਾ, ਕਿਸੇ ਨਾ ਕਿਸੇ ਦੇ ਨਾਲ ਸਾਡੀ ਬਣਦੀ ਨਹੀਂ, ਤੇ ਉਹ ਸਾਨੂੰ ਹੋਰ ਪੱਕਾ ਕਰ ਦਿੰਦੀ। ਫਿਰ ਸਾਨੂੰ ਹੁੰਦਾ ਵੀ ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ, ਵੀ ਕੀਤਾ ਤੇ ਇਹਨਾਂ ਨੇ ਸਾਡੇ ਘਰੇ ਕੁਛ ਕੀਤਾ। ਤੇ ਫਿਰ ਅਸੀਂ ਉਹਨਾਂ ਤੋਂ ਪੁੱਛਦੇ ਵੀ ਇਹਦਾ ਇਲਾਜ ਕੀ ਹੈ? ਉਹ ਕਹਿੰਦੇ ਵੀ ਆਪਾਂ ਕਰ ਦਾਂਗੇ, ਇੰਨੀ ਸਮੱਗਰੀ ਲੱਗੂ, ਇੰਨਾ ਖਰਚਾ ਉਹ ਤੁਹਾਡਾ, ਇੰਨੇ ਪੈਸੇ ਲੱਗਣਗੇ, ਜਾਂ ਤੁਹਾਨੂੰ ਇੰਨੀ ਵਾਰੀ ਆਉਣਾ ਪਊ, 5 ਵਾਰੀ ਆਓ, 10 ਵਾਰੀ ਆਓ, ਤੇ ਤੁਹਾਡਾ ਇਲਾਜ ਕਰ ਦਿਆਂਗੇ, ਕੋਈ ਨਹੀਂ। ਉਹ ਹੁੰਦਾ ਕੁਛ ਨਹੀਂ ਹੈ, ਨਾ ਹੀ ਉਹਨਾਂ ਨੇ ਸਾਡਾ ਕੁਛ ਕਰਨਾ, ਤੇ ਨਾ ਹੀ ਉਹ ਹੈ ਕੀਤਾ ਹੋਇਆ ਕਿਸੇ ਨੇ ਵੀ ਜਿਹੜਾ ਕਿਸੇ ਦਾ ਸਾਡਾ ਇਲਾਜ ਕਰ ਸਕਣ। ਕਿਉਂਕਿ ਵੈਰ ਵਿਰੋਧ ਹੈ ਜਿਹੜਾ, ਇਹ ਸਾਡੇ ਅੰਦਰ ਤਾਂ ਪਿਆ ਹੈ ਕਿਉਂਕਿ ਅਸੀਂ ਇਹ ਮਾਇਆ ਦੇ ਵਿੱਚ ਆ, ਅਸੀਂ ਤ੍ਰੈ ਗੁਣਾਂ ਦੇ ਵਿੱਚ, ਸਾਡੇ ਅੰਦਰ ਹੀ ਇਹ ਵੈਰ ਵਿਰੋਧ ਕਰਨ ਵਾਲੇ ਇਹ 5 ਦੂਤ ਬੈਠੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ ਸਾਨੂੰ ਧੜਿਆਂ ਦੇ ਵਿੱਚ ਵੰਡਦੇ, ਜਿਹੜੇ ਸਾਡੇ ਅੰਦਰ ਇੱਕ ਦੂਸਰੇ ਦੇ ਨਾਲ ਵੈਰ ਵਿਰੋਧ ਪੈਦਾ ਕਰਦੇ। ਇਹਨਾਂ ਨੇ ਸਾਰੇ ਸੰਸਾਰ ਨੂੰ ਧੜਿਆਂ ਦੇ ਵਿੱਚ ਵੰਡਿਆ ਹੋਇਆ, ਭਰਾ ਨੂੰ ਆਪਸ ਵਿੱਚ ਲੜਾ ਦਿੰਦੇ, ਪਿਓ ਪੁੱਤ ਨੂੰ ਲੜਾ ਦਿੰਦੇ, ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ। ਔਰਤ ਮਰਦ ਉਹ ਆਪਸ ਵਿੱਚ ਲੜ ਪੈਂਦੇ, ਉਹਨਾਂ ਦੇ ਅੰਦਰ ਦੁਬਦਾ ਪੈਦਾ ਕਰ ਦਿੰਦੇ, ਵਿਚਾਰ ਲਿਆ ਕੇ ਇੱਕ ਦੂਸਰੇ ਨਾਲ ਵਿਚਾਰਾਂ ਦਾ ਟਕਰਾ ਕਰਾ ਕੇ। ਨੂੰਹ ਸੱਸ ਦੀ ਉਹਨਾਂ ਦੀ ਨਹੀਂ ਆਪਸ ਵਿੱਚ ਬਣਦੀ,
ਸਹੁਰੇ ਜਵਾਈ ਦਾ ਉਹਨਾਂ ਦਾ ਧੜਾ ਬਣਾ ਦਿੰਦੇ, ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ। ਜਾਣੀ ਦੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਇਹਨਾਂ ਨੇ ਸਾਰੇ ਸੰਸਾਰ ਦੇ ਵਿੱਚ ਧੜਿਆਂ 'ਚ ਜੀਵਨ ਨੂੰ ਵੰਡਿਆ ਹੋਇਆ। ਮਹਾਰਾਜ ਦੱਸਦੇ ਕਿਸ ਹੀ ਧੜਾ ਕੀ ਆ ਸੁੱਤ ਮੀਤ ਨਾਲ ਭਾਈ, ਕਿਸ ਹੀ ਧੜਾ ਕੀ ਆ ਕੌੜਮ ਸਕੇ ਨਾਲ ਜਮਾਈ। ਬਈ ਇਹਨਾਂ ਨੇ ਇਸ ਤਰ੍ਹਾਂ ਧੜਿਆਂ 'ਚ ਵੰਡਿਆ ਹੋਇਆ ਜੀਵਨ, ਇੱਕ ਦੂਸਰੇ ਦੇ ਨਾਲ ਵੈਰ ਵਿਰੋਧ ਪੈਦਾ ਕਰ ਦਿੰਦੇ, ਧੜੇ ਬਣਾ ਦਿੰਦੇ। ਅਤੇ ਬਣਾਉਣ ਵਾਲੇ ਕੌਣ ਨੇ? ਮਾਰੇ ਦੱਸਦੇ ਕਲ ਯੁਗ ਮੇ ਧੜੇ ਪੰਜ ਚੋਰ ਝਗੜਾਈ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਈ। ਬਈ ਇਹ ਪੰਜ ਨੇ, ਕਾਮ ਕ੍ਰੋਧ ਲੋਭ ਅਹੰਕਾਰ, ਜਿਹੜੇ ਸਾਨੂੰ ਇੱਕ ਦੂਸਰੇ ਨਾਲ ਲੜਾਉਂਦੇ, ਸਾਡੇ ਅੰਦਰ ਵੈਰ ਵਿਰੋਧ ਈਰਖਾ ਨਫ਼ਰਤ ਪੈਦਾ ਕਰਦੇ, ਸਾਨੂੰ ਧੜਿਆਂ 'ਚ ਵੰਡਦੇ। ਇਹਨਾਂ ਨੇ ਸਾਨੂੰ ਧੜਿਆਂ 'ਚ ਵੰਡਿਆ ਹੋਇਆ। ਇੱਕ ਪਰਿਵਾਰ ਤੋਂ ਲੈ ਕੇ ਸਾਰੇ ਸਮਾਜ ਦੇ ਵਿੱਚ ਗਾਂ ਦੀ ਗਾਂ ਪਾਰਟੀਆਂ ਬਣੀਆਂ ਨੇ, ਧੜੇ ਬਣੇ ਹੋਏ ਨੇ। ਜਿਹਦੇ ਨਾਲ ਸਾਡੀ ਪਾਰਟੀ ਬਣ ਗਈ, ਧੜਾ ਬਣ ਗਿਆ, ਉਹ ਦੂਸਰੇ ਦੀ ਨਿੰਦਿਆ ਸ਼ੁਰੂ ਕਰ ਦਿੰਦੇ, ਦੂਸਰੇ ਨਾਲ ਵੈਰ ਵਿਰੋਧ ਸ਼ੁਰੂ ਕਰ ਦਿੰਦੇ। ਜਾਣੀ ਦੀ ਇੱਕ ਪਰਿਵਾਰ ਤੋਂ ਸਾਰੇ ਸਮਾਜ ਦੇ ਵਿੱਚ, ਜਿਵੇਂ ਇੱਕ ਪਰਿਵਾਰ ਦੇ ਮੈਂਬਰ ਉਹਨਾਂ ਦੇ ਵਿੱਚ ਧੜੇ ਨੇ, ਉਹਨਾਂ ਦੇ ਵਿੱਚ ਨਹੀਂ ਕਿਸੇ ਨਾਲ ਇੱਕ ਦੂਸਰੇ ਦੀ ਬਣਦੀ। ਫਿਰ ਗਾਂ ਦੀ ਗਾਂ ਇਹ ਵੱਧਦਾ ਜਾਂਦਾ ਵੈਰ ਵਿਰੋਧ, ਇਹ ਗਾਂ ਦੀ ਗਾਂ ਧੜੇ ਬਣਦੀ ਜਾਂਦੀ। ਜੇ ਹੁਣ ਅਸੀਂ ਧੜਾ ਇੱਕ ਨਾਲ ਕਰ ਲਈਏ ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ, ਫਿਰ ਇਹ ਸਾਡੇ ਸਾਰੇ ਧੜੇ ਖਤਮ ਹੋ ਜਾਂਦੇ, ਫਿਰ ਕਿਸੇ ਨਾਲ ਸਾਡਾ ਕੋਈ ਧੜਾ ਨਹੀਂ ਰਹਿੰਦਾ। ਸਤਿਗੁਰੂ ਕਹਿੰਦੇ ਹਮਾਰਾ ਹਰ ਧੜਾ ਜਿਹਨੇ ਧੜੇ ਸਭ ਗਵਾਈ। ਬਈ ਜਦੋਂ ਮਾਲਕ ਸਾਡੇ 'ਤੇ ਕਿਰਪਾ ਕਰਦੇ, ਸਾਨੂੰ ਇਹ ਵੈਰ ਵਿਰੋਧ ਤੋਂ ਉਪਟ ਹੋਣਾ ਚਾਹੁੰਦੇ, ਫਿਰ ਉਹ ਸਾਨੂੰ ਸਤ ਸੰਗਤ 'ਚ ਲੈ ਕੇ ਆਉਂਦੇ। ਜਿਸ 'ਤੇ ਕਿਰਪਾ ਕਰੇ ਤਿਸ ਸਤ ਸੰਗਤ ਮਿਲਾਈ, ਹਮਾਰਾ ਹਰ ਧੜਾ ਜਿਹਨੇ ਧੜੇ ਸਭ ਗਵਾਈ। ਬਈ ਜਦੋਂ ਸਾਡੇ 'ਤੇ ਮਾਲਕ ਕਿਰਪਾ ਕਰਦੇ, ਸਾਨੂੰ ਸਤ ਸੰਗਤ 'ਚ ਲਿਆ ਕੇ ਫਿਰ ਸਾਨੂੰ ਇੱਕ ਖੇਲ ਸਮਝਾਉਂਦੇ ਵੀ ਤੁਸੀਂ ਸਮਝੋ ਇਹ ਖੇਲ, ਬਈ ਕਿਵੇਂ ਇਹ ਖੇਲ ਚੱਲਦਾ, ਕਿਵੇਂ ਸਾਡੇ ਅੰਦਰ ਵੈਰ ਵਿਰੋਧ ਪੈਦਾ ਹੁੰਦਾ, ਕਿਵੇਂ ਸਾਡਾ ਵਿਚਾਰਾਂ ਦਾ ਟਕਰਾਅ ਹੁੰਦਾ, ਕਿਵੇਂ ਇਹ ਕਲਾ ਕਲੇਸ਼ ਸਾਡੇ ਵਿੱਚ ਆਉਂਦਾ। ਉਹ ਫਿਰ ਖੇਲ ਆਪਾਂ ਨੂੰ ਸਮਝਾਇਆ ਜਾਂਦਾ ਵੀ ਇਹ ਸਾਰਾ ਖੇਲ ਹੈ ਵਿਚਾਰਾਂ ਦਾ, ਤੁਸੀਂ ਵਹਿਮਾਂ ਭਰਮਾਂ 'ਚ ਨਾ ਪਾਓ, ਐਵੇਂ ਸਿਆਣਿਆਂ ਦੇ ਪਿੱਛੇ ਨਾ ਤੁਰੇ ਫਿਰੋ। ਬਈ ਤੁਸੀਂ ਭਰਮ ਦੇ ਵਿੱਚ ਪੈ ਕੇ ਆਪਦਾ ਜੀਵਨ ਨਾ ਵਿਅਰਥ ਖਰਾਬ ਕਰ ਲਿਓ। ਤੁਸੀਂ ਗੁਰਬਾਣੀ ਗੁਰੂ ਦੇ ਲੜ ਲੱਗ ਕੇ, ਤੁਸੀਂ ਸਤ ਸੰਗਤ ਕਰਕੇ ਇਹ ਸਮਝੋ ਖੇਲ ਨੂੰ। ਬਈ ਜੇ ਤੁਸੀਂ ਇਹ ਖੇਲ ਨੂੰ ਸਮਝ ਜਾਓਗੇ ਤਾਂ ਤੁਸੀਂ ਆਪਦੇ ਜੀਵਨ ਦਾ ਲਾਹਾ ਕੱਟ ਸਕਦੇ। ਅਤੇ ਇਸ ਵਾਸਤੇ ਫਿਰ ਜਦੋਂ ਮਾਲਕ ਸਾਡੇ 'ਤੇ ਕਿਰਪਾ ਕਰਦੇ, ਫਿਰ ਸਾਨੂੰ ਇਹ ਸਤ ਸੰਗਤ ਮਿਲਾਉਂਦੀ। ਅਤੇ ਸਤ ਸੰਗਤ ਦੇ ਵਿੱਚ ਆ ਕੇ ਫਿਰ ਇਹ ਸਾਰਾ ਖੇਲ ਸਾਨੂੰ ਸਮਝਾਇਆ ਜਾਂਦਾ। ਪਰ ਇਹਨੂੰ ਸਮਝਣ ਵਾਸਤੇ ਸਾਨੂੰ ਸਮਾਂ ਤਾਂ ਜ਼ਰੂਰ ਲੱਗਦਾ ਥੋੜ੍ਹਾ। ਪਹਿਲਾਂ ਸਾਨੂੰ ਸਮਝ ਨਹੀਂ ਲੱਗਦੀ। ਪਹਿਲਾਂ ਤਾਂ ਸਾਨੂੰ ਇਉਂ ਲੱਗਦਾ ਵੀ ਪਤਾ ਨਹੀਂ ਕੀ ਸੁਣਾਈ ਜਾਂਦੇ, ਕਿਹੜੀਆਂ ਗੱਲਾਂ ਕਰਦੇ, ਵੀ ਪਤਾ ਹੀ ਨਹੀਂ ਵੀ ਕੀ ਕਹੀ ਜਾਂਦੇ ਨੇ। ਕਿਉਂਕਿ ਅਸੀਂ ਇਹ ਕਹਾਣੀ ਕਿਤੇ ਸੁਣੀ ਨਹੀਂ ਹੁੰਦੀ, ਇਹ ਸਾਡੇ ਮਨ ਦੀ ਕਹਾਣੀ ਹੈ। ਅਸੀਂ ਪਹਿਲਾਂ ਸੁਣਿਆ ਵੈਰ ਵਿਰੋਧ ਦੀਆਂ ਗੱਲਾਂ, ਕਿਸੇ ਦੀ ਨਿੰਦਿਆ ਸੁਣ ਲਈ, ਉਹ ਸਾਨੂੰ ਬੜੀ ਸਮਝ ਲੱਗਦੀ। ਕਿਸੇ ਨਾਲ ਵੈਰ ਵਿਰੋਧ ਦੀ ਗੱਲ ਸੁਣ ਲਈਏ, ਉਹ ਸਾਨੂੰ ਬੜੀ ਚੰਗੀ ਤਰ੍ਹਾਂ ਸਮਝ ਲੱਗ ਜਾਂਦੀ। ਕੋਈ ਹੋਰ ਸਾਨੂੰ ਸੰਸਾਰ ਦੀ ਕਹਾਣੀ ਸੁਣਾਵੇ ਮਾਇਆ ਦੀ, ਉਹ ਸਾਨੂੰ ਬੜੀ ਛੇਤੀ ਸਾਖੀ ਸੁਣਾਵੇ ਸਾਨੂੰ ਕੋਈ, ਉਹ ਬੜੀ ਸਮਝ ਲੱਗਦੀ। ਹੁਣ ਇਹ ਜੋ ਸਾਖੀ ਹੈ ਸਾਡੇ ਮਨ ਦੀ ਸਾਖੀ, ਇਹ ਕਹਾਣੀ ਸਾਡੇ ਮਨ ਦੀ ਹੈ ਵੀ ਸਾਡੇ ਮਨਾਂ 'ਚ ਕਿਉਂ ਕਲੇਸ਼, ਸਾਡੇ ਪਰਿਵਾਰਾਂ 'ਚ ਕਿਉਂ ਕਲੇਸ਼ ਨੇ, ਕਿਉਂ ਇਹ ਦੁਰਮਤ ਦੀ ਅਗਨ ਸਾਡੇ ਮਨਾਂ ਨੂੰ ਸਾੜਦੀ ਹੈ, ਕਿਉਂ ਅਸੀਂ ਅਸ਼ਾਂਤ ਹਾਂ, ਕਾਹਤੋਂ ਅਸੀਂ ਦੁਖੀ ਹਾਂ। ਇਹ ਸਾਰੀ ਸਾਡੇ ਮਨ ਦੀ ਕਹਾਣੀ ਚੱਲਦੀ। ਅਤੇ ਇਹ ਕਹਾਣੀ ਨੂੰ ਸਮਝਣ ਵਾਸਤੇ
ਫਿਰ ਇਹ ਸਤ ਸੰਗਤ ਸਤਿਗੁਰ ਦਾ ਸਕੂਲ ਹੈ ਅਤੇ ਇਸ ਸਕੂਲ ਦੇ ਵਿੱਚ ਇਹ ਬ੍ਰਹਮ ਵਿਦਿਆ ਹੈ। ਇਹ ਜੋ ਸਾਡੇ ਮਨ ਦੀ ਕਹਾਣੀ ਚੱਲਦੀ, ਇਹ ਸਾਰੀ ਕਹਾਣੀ ਨੂੰ ਬ੍ਰਹਮ ਵਿਦਿਆ, ਬ੍ਰਹਮ ਦਾ ਗਿਆਨ ਕਹਿੰਦੇ। ਸਾਰੀ ਗੁਰਬਾਣੀ 1430 ਅੰਗ ਇਹ ਬ੍ਰਹਮ ਵਿਦਿਆ ਹੈ, ਇਹ ਬ੍ਰਹਮ ਦਾ ਗਿਆਨ ਹੈ। ਇਹ ਸਭ ਤੋਂ ਉੱਚੀ ਵਿਦਿਆ ਹੈ, ਸਭ ਤੋਂ ਸ੍ਰੇਸ਼ਟ ਵਿਦਿਆ ਹੈ। ਜਿਹਨੇ ਇਹ ਵਿਦਿਆ ਪੜ੍ਹ ਲਈ, ਜਿਹਨੂੰ ਇਹ ਵਿਦਿਆ ਆ ਗਈ, ਉਹਦਾ ਮਨ ਸੀਤਲ ਹੋ ਜਾਂਦਾ, ਉਹਦਾ ਮਨ ਠੰਡਾ ਹੋ ਜਾਂਦਾ। ਉਹ ਕਦੇ ਵੀ ਮਨ ਹੈ ਜਿਹੜਾ ਉਹ ਕੱਢਦਾ ਨਹੀਂ, ਉਹ ਦੁਖੀ ਨਹੀਂ ਹੁੰਦਾ, ਉਹ ਸ਼ਾਂਤ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਗਿਆਨ ਹੋ ਗਿਆ ਬ੍ਰਹਮ ਦਾ। ਜਿਸ ਨੂੰ ਮਾਰੇ ਫਰਮਾਉਂਦੇ ਕਬੀਰ, ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ। ਜਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਬਈ ਜਿਸ ਜਵਾਲਾ ਦੇ ਵਿੱਚ ਇਹ ਸਾਰਾ ਜਗਤ ਸੜਦਾ ਪਿਆ ਦੁਰਮਤ ਦੀ ਅਗਨ 'ਚ, ਜਿਨ੍ਹਾਂ ਨੂੰ ਇਹ ਬ੍ਰਹਮ ਦਾ ਗਿਆਨ, ਉਹਨਾਂ ਨੂੰ ਇਹ ਪਾਣੀ ਵਰਗੀ ਠੰਡੀ ਲੱਗਦੀ, ਉਹਨਾਂ ਨੂੰ ਸਾੜ ਨਹੀਂ ਸਕਦੀ, ਉਹਨਾਂ ਨੂੰ ਦੁੱਖ ਨਹੀਂ ਦੇ ਸਕਦੀ, ਕਿਉਂਕਿ ਉਹਨਾਂ ਨੇ ਇਹ ਖੇਡ ਨੂੰ ਸਮਝੇ। ਉਹ ਇਹ ਬ੍ਰਹਮ ਵਿਦਿਆ ਜਾਣਦੇ ਗੁਰਮੁਖ, ਇਸ ਕਰਕੇ ਉਹਨਾਂ ਦਾ ਮਨ ਇਹ ਤੋਂ ਉੱਪਰ ਉੱਠਿਆ ਹੋਇਆ ਦੁਰਮਤ ਦੀ ਅਗਨ 'ਚ। ਤਾਂ ਨਹੀਂ ਉਹ ਸੜਦਾ, ਤਾਂ ਨਹੀਂ ਉਹ ਜਲਦਾ, ਤਾਂ ਉਹ ਚਿੰਤਾ ਫਿਕਰਾਂ 'ਚ ਨਹੀਂ ਜਾਂਦਾ, ਤਾਂ ਉਹ ਵੈਰ ਵਿਰੋਧ 'ਚ ਨਹੀਂ ਜਾਂਦਾ, ਤਾਂ ਉਹਨੂੰ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਨਹੀਂ ਆਉਂਦਾ। ਇਹ ਨਿਸ਼ਾਨੀ ਹੈ ਜਿਹੜੇ ਗੁਰਮੁਖਾਂ ਨੂੰ ਇਹ ਗਿਆਨ ਹੈ, ਜੋ ਸਤਿਗੁਰੂ ਆਪਾਂ ਨੂੰ ਬਖਸ਼ਿਸ਼ ਕਰਦੇ, ਉਹਨਾਂ ਦੇ ਮਨ ਦੇ ਵਿੱਚ ਆਤਮ ਬਲ ਹੁੰਦਾ। ਆਤਮ ਬਲ ਹੋਣ ਕਰਕੇ ਤਾਈਓ ਤਾਂ ਉਹਨਾਂ ਨੂੰ ਗੁੱਸਾ ਨਹੀਂ ਆਉਂਦਾ। ਜੇ ਸਾਡੇ ਮਨ 'ਚ ਆਤਮ ਬਲ ਨਹੀਂ, ਸਾਨੂੰ ਤਾਂ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਆਉਂਦਾ, ਅਸੀਂ ਤਾਂ ਨਿੱਕੀ ਨਿੱਕੀ ਗੱਲ 'ਤੇ ਰੁੱਸ ਜਾਂਦੇ। ਬਸ ਸੰਸਾਰ 'ਚ ਦੇਖਦੇ ਹੀ ਹਾਂ ਨਾ, ਕਈ ਵਾਰ ਕੋਈ ਐਡੀ ਗੱਲ ਵੀ ਨਹੀਂ ਹੁੰਦੀ ਜਿਹੜੀ ਗੱਲ ਤੋਂ ਅਸੀਂ ਪਰਿਵਾਰਾਂ 'ਚ ਕਲੇਸ਼ ਕਰਕੇ ਬਹਿ ਜਾਂਦੇ, ਅਤੇ ਬਾਅਦ 'ਚੋਂ ਅਸੀਂ ਸੋਚਦੇ ਵੀ ਐਡੀ ਤਾਂ ਕੋਈ ਗੱਲ ਹੈ ਨਹੀਂ ਸੀ ਜਿੰਨੀ ਲੜਾਈ ਵੱਧ ਗਈ। ਉਹ ਕੀ ਹੁੰਦਾ ਹੈ ਵੀ ਉਹ ਸਾਡੇ ਵਿੱਚ ਬਲ ਹੀ ਕੋਈ ਹੈ ਨਹੀਂ, ਅਸੀਂ ਨਿੱਕੀ ਜਿਹੀ ਗੱਲ ਨਹੀਂ ਸਹਾਰ ਸਕਦੇ, ਕਿਉਂਕਿ ਉਹ ਸਾਡੇ ਮਨ ਦੇ ਵਿੱਚ ਉਹ ਬਲ ਨਹੀਂ ਹੈ, ਉਹ ਨਿਰਬਲ ਹੋ ਗਿਆ। ਉਹਦੇ ਵਿੱਚ ਕੋਈ ਸ਼ਕਤੀ ਨਹੀਂ ਰਹੀ। ਕਿਉਂ ਨਹੀਂ ਸ਼ਕਤੀ ਰਹੀ? ਕਿਉਂਕਿ ਉਹਨੂੰ ਗਿਆਨ ਨਹੀਂ ਰਿਹਾ, ਉਹਨੂੰ ਸੋਝੀ ਨਹੀਂ ਰਹੀ ਬਿਲਕੁਲ ਵੀ। ਹੁਣ ਮਨਮੁਖ ਜੀਵ ਨੂੰ ਨਾ ਤਾਂ ਉਹਦੇ ਘਰ ਦਾ ਪਤਾ, ਨਿਜ ਮਹਿਲ ਦਾ, ਨਾ ਉਹਨੂੰ ਆਪਦੀ ਖੁਰਾਕ ਦਾ ਪਤਾ ਹੈ ਵੀ ਮੇਰੀ ਖੁਰਾਕ ਜਿਹੜੀ ਅੰਮ੍ਰਿਤ ਰਸ ਹੈ ਉਹ ਮੈਂ ਕਿੱਥੋਂ ਲੈਣਾ, ਨਾ ਇਹਨੂੰ ਆਪਦੇ ਰੋਗਾਂ ਦਾ ਪਤਾ ਅਤੇ ਨਾ ਦਾਰੂ ਦਾ ਪਤਾ। ਅਤੇ ਇਸ ਕਰਕੇ ਜਦੋਂ ਹੁਣ ਉਹਨੂੰ ਖਬਰ ਹੀ ਕੋਈ ਨਹੀਂ, ਉਹਨੂੰ ਪਤਾ ਹੀ ਕੋਈ ਨਹੀਂ, ਅਤੇ ਆਪ ਆਖੀ ਵੀ ਉਹਨੂੰ ਸ਼ਾਂਤੀ ਆਵੇ, ਉਹਨੂੰ ਸੁੱਖ ਮਿਲੇ, ਅਤੇ ਸੁੱਖ ਕਿੱਥੋਂ ਮਿਲੇ ਉਹਨੂੰ? ਸ਼ਾਂਤੀ ਉਹਨੂੰ ਆਵੇ ਅਤੇ ਆਵੇ ਕਿਵੇਂ? ਉਹਦਾ ਤਾਂ ਆਵੇ ਜੇ ਉਹਨੂੰ ਗਿਆਨ ਹੋਵੇ, ਜੇ ਉਹਨੂੰ ਸੋਝੀ ਹੋਵੇ। ਇਸ ਵਾਸਤੇ ਮਹਾਰਾਜ ਕਹਿੰਦੇ ਮਨਮੁਖ ਜੀਵ ਹੈ ਜਿਹੜਾ, ਉਹ ਦਿਨ ਰਾਤ ਕੱਟਦਾ, ਨਾ ਤਾਂ ਉਹਨੂੰ ਦਿਨੇ ਸ਼ਾਂਤੀ, ਨਾ ਉਹਨੂੰ ਰਾਤ ਨੂੰ ਸ਼ਾਂਤੀ ਆਉਂਦੀ। ਰਾਤ ਨੂੰ ਵੀ ਉਹ ਆਪਦੇ ਘਰ ਗਿਆ ਹੋਇਆ ਵੀ ਉੱਥੇ ਵੀ ਦੁਖੀ ਹੁੰਦਾ, ਉਹਨੂੰ ਨਹੀਂ ਪਤਾ ਅਗਿਆਨਤਾ ਦੇ ਵਿੱਚ ਵੀ ਮੈਂ ਆਪਦੇ ਘਰ ਆ ਗਿਆ। ਸਾਰਾ ਦਿਨ ਇੱਧਰ ਵਿੱਖ ਜ਼ਹਿਰ ਇਕੱਠੀ ਕਰਦਾ ਰਹਿੰਦਾ, ਸਾਰਾ ਦਿਨ ਦੁੱਖ ਇਕੱਠੇ ਕਰਦਾ ਰਹਿੰਦਾ, ਦੁੱਖਾਂ ਦੇ ਵਿਸੇ ਭੱਜਿਆ ਫਿਰਦਾ ਅਤੇ ਉਹ ਦੁੱਖ ਹੀ ਇਕੱਠੇ ਕਰੀ ਜਾਂਦਾ। ਅਤੇ ਜਦੋਂ ਮਾਲਕ ਦੇਖਦਾ ਵੀ ਇਹ ਤਾਂ ਇੰਨਾ ਇੱਧਰ ਵੱਜ ਗਿਆ ਸੰਸਾਰ ਦੇ ਵਿੱਚ ਵੀ ਹੁਣ ਇਹ ਵਾਪਸ ਹੀ ਨਹੀਂ ਆਉਂਦਾ, ਫਿਰ ਕਾਲ ਨੂੰ ਹੁਕਮ ਦਿੰਦੇ, ਇਹ ਦੇਸ਼ ਦਾ ਮੁਖੀ ਕਾਲ ਹੈ, ਫਿਰ ਕਾਲ ਨੂੰ ਕਹਿੰਦੇ ਵੀ ਇਹਨੂੰ ਵਾਪਸ ਭੇਜੋ, ਹੁਣ ਆਪਦੇ ਆਪ ਤਾਂ ਆਏਗਾ ਨਹੀਂ। ਕਾਲ ਫਿਰ ਇੱਥੋਂ ਸਾਨੂੰ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੰਦਾ। ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਅਸੀਂ ਇਹ ਸਰੀਰ ਨੂੰ ਛੱਡਦੇ ਕਿਵੇਂ। ਜਿਹੜਾ ਮਨਮੁਖ ਹੈ ਉਹਨੂੰ ਨਹੀਂ ਛੱਡਣਾ ਆਉਂਦਾ, ਉਹਨੂੰ ਨਹੀਂ ਪਤਾ ਵੀ ਇਹ ਸਰੀਰ ਨੂੰ ਮੈਂ ਕਿਵੇਂ ਖਾਲੀ ਕਰਦਾ, ਵੀ ਇਹ ਘਰ ਨੂੰ ਮੈਂ ਕਿਵੇਂ ਖਾਲੀ ਕਰਦਾ। ਕਾਲ ਕਰਾਉਂਦਾ। ਜਦੋਂ ਕਾਲ ਖਾਲੀ ਕਰਾ ਲੈਂਦਾ ਅਤੇ ਇੱਥੋਂ ਬਾਹਰ ਕੱਢ ਦਿੰਦੇ। ਜਦੋਂ ਬਾਹਰ ਕੱਢ ਦਿੰਦੇ, ਜਦੋਂ ਜਾਂਦਾ ਆਪਦੇ ਉੱਧਰ ਘਰ ਦੇਸ਼, ਉੱਥੇ ਜਾ ਕੇ ਵੀ ਇੰਨਾ ਪਿਆਰ ਪਾ ਚੁੱਕੇ ਮਾਇਆ ਦੇ ਨਾਲ, ਇੱਧਰ ਵਿੱਖ ਜ਼ਹਿਰ ਦੇ ਨਾਲ, ਉੱਥੇ ਘਰੇ ਗਿਆ ਹੋਇਆ ਵੀ ਇਹ ਥੱਲੇ ਨੂੰ ਧਿਆਨ ਰੱਖ। ਇਹ ਜਿਹੜੀ ਤਰਲੋਕੀ ਸਾਨੂੰ ਆਪਦੇ ਘਰ 'ਚੋਂ ਥੱਲੇ ਸਾਰੀ ਨਜ਼ਰ ਆਉਂਦੀ, ਜੋ ਆਪਾਂ ਦਿਨੇ ਕਰਦੇ ਹਾਂ ਨਾ, ਇਹ ਸਾਰਾ ਥੱਲੇ ਰਹਿ ਜਾਂਦਾ। ਆਪਾਂ
ਰਾਤ ਨੂੰ ਉੱਪਰ ਚਲੇ ਜਾਂਦੇ, ਆਪਣਾ ਘਰ ਉੱਪਰ। ਜਦੋਂ ਅਸੀਂ ਉੱਪਰੋਂ ਥੱਲੇ ਨੂੰ ਦੇਖਦੇ, ਉਹ ਸਾਨੂੰ ਸਾਰਾ ਕੁਝ ਨਜ਼ਰ ਆਉਂਦਾ ਥੱਲੇ। ਅਤੇ ਉਹਨੂੰ ਫਿਰ ਕਹਿੰਦੇ ਸੁਪਨਾ, ਜਿਹੜਾ ਆਪਾਂ ਕਹਿੰਦੇ ਵੀ ਰਾਤ ਮੈਨੂੰ ਸੁਪਨਾ ਆਇਆ ਸੀ। ਉਹ ਸੁਪਨੇ ਦੇ ਵਿੱਚ ਵੀ ਮਨਮੁਖ ਜੋ ਉਹਨੇ ਇੱਧਰ ਦ੍ਰਿੜ ਕੀਤਾ ਰਾਤ ਨੂੰ, ਵੀ ਉਹੀਓ ਸੁਪਨੇ ਦੇ ਵਿੱਚ ਲੜਾਈਆਂ ਝਗੜੇ ਕਰੀ ਜਾਂਦਾ, ਉਹੀਓ ਵੈਰ ਵਿਰੋਧ ਕਰੀ ਜਾਂਦਾ, ਉਹੀਓ ਕਰਮ ਕਰੀ ਜਾਂਦਾ ਜਿਹੜਾ ਦਿਨੇ ਕਰਦਾ। ਅਤੇ ਜਦੋਂ ਸਵੇਰ ਹੁੰਦੀ ਫਿਰ ਉੱਧਰੋਂ ਆਉਂਦਾ ਭੱਜਿਆ ਭੱਜਿਆ, ਅਤੇ ਆ ਕੇ ਫਿਰ ਉਹੀਓ ਜਿਹੜੀ ਬਿੱਖ ਤੋਂ ਛਡਾਇਆ ਸੀ ਉਹੀਓ ਆ ਕੇ ਫਿਰ ਇਕੱਠੀ ਕਰਨੀ ਸ਼ੁਰੂ ਕਰ ਦਿੰਦੀ। ਇਸ ਵਰਤਾਏ ਫਿਰ ਸਤਿਗੁਰੂ ਕਹਿੰਦੇ, ਉਗਵੇ ਦਿਨਸ ਆਲ ਜਾਲ ਸੰਭਾਲੇ, ਬਿਖ ਮਾਇਆ ਕੇ ਵਿਸਤਾਰੇ, ਆਈ ਰਹਿਣ ਭਇਆ ਸੁਪਨੰਤਰ, ਬਿਖ ਸੁਪਨੇ ਭੀ ਦੁੱਖ ਸਾਰੀ। ਬਈ ਮਨਮੁਖ ਜੀਵ ਦਿਨੇ ਵੀ ਦੁਖੀ, ਅਤੇ ਰਾਤ ਨੂੰ ਆਪਦੇ ਘਰ ਗਿਆ ਹੋਇਆ ਉੱਥੇ ਵੀ ਸੁਪਨੇ 'ਚ ਦੁਖੀ, ਅਤੇ ਜਦੋਂ ਉੱਥੋਂ ਆਉਂਦਾ ਆ ਕੇ ਫਿਰ ਉਹੀਓ ਆਲ ਜਾਲ ਫਿਰ ਉਹੀਓ ਸੰਭਾਲ ਲੈਂਦਾ, ਫਿਰ ਉਹੀਓ ਬਿੱਖ ਜ਼ਹਿਰ ਇਕੱਠੀ ਕਰਨੀ ਸ਼ੁਰੂ ਕਰ ਦਿੰਦਾ। ਇਸ ਲਈ ਮਹਾਰਾਜ ਕਹਿੰਦੇ ਬਈ ਮਨਮੁਖ ਦੇ ਨਾਲੋਂ ਤਾਂ ਉਹ ਕਈ ਜੀਵ ਚੰਗੇ ਨੇ। ਜਿਵੇਂ ਮਹਾਰਾਜ ਕਹਿੰਦੇ ਵੀ ਚਕੋਰ ਹੈ, ਸੂਰਜ ਨਾਲ ਪਿਆਰ ਹੈ, ਰਾਤ ਨੂੰ ਵਿਛੋੜਾ ਪੈ ਜਾਂਦਾ, ਜਦੋਂ ਪ੍ਰਭਾਤ ਹੁੰਦੀ ਅਤੇ ਉਹਦਾ ਵਿਛੋੜਾ ਫਿਰ ਦੂਰ ਹੋ ਜਾਂਦਾ, ਉਹ ਆਪਦੇ ਪਿਆਰੇ ਨੂੰ ਫਿਰ ਦੇਖ ਲੈਂਦੀ, ਫਿਰ ਮਿਲ ਲੈਂਦੀ। ਅਤੇ ਜਿਹੜੇ ਮਨਮੁਖ ਜੀਵ ਨੇ, ਨਾ ਤਾਂ ਉਹ ਪਰਮਾਤਮਾ ਨੂੰ ਦਿਨੇ ਮਿਲਦੇ ਅਤੇ ਨਾ ਰਾਤ ਨੂੰ ਮਿਲਦੇ, ਨਾ ਉਹਨਾਂ ਦਾ ਵਿਛੋੜਾ ਦਿਨੇ ਦੂਰ ਹੋਵੇ, ਨਾ ਦਿਨੇ ਦਰਸ਼ਨ ਕਰਨ ਦਿਨੇ ਮਿਲਣ, ਅਤੇ ਨਾ ਰਾਤ ਨੂੰ ਉਹ ਮਾਲਕ ਨੂੰ ਮਿਲਦੇ ਵੀ ਗੱਲਬਾਤ ਕਰਦੀ। ਇਸ ਲਈ ਮਹਾਰਾਜ ਦੱਸਦੇ, ਕਬੀਰ ਚੱਕ ਵੀ ਜੋ ਨਿਸ ਵਿਸਰੇ, ਆਏ ਮਿਲੇ ਪ੍ਰਭਾਤ, ਜੋ ਜੀ ਵਿਛਰੇ ਰਾਮ ਤੇ, ਨਾ ਦਿਨ ਮਿਲੇ ਨਾ ਰਾਤ। ਜਿਹੜੇ ਰਾਮ ਤੋਂ ਵਾਹਿਗੁਰੂ ਤੋਂ ਵਿਛੜੇ, ਨਾ ਦਿਨੇ ਮਿਲਦੇ ਨਾ ਰਾਤ ਨੂੰ ਮਿਲਦੇ। ਮਨਮੁਖ ਦਿਨੇ ਤਾਂ ਮਿਲਣਾ ਕੀ, ਦਿਨੇ ਤਾਂ ਬਿੱਖ ਇਕੱਠੀ ਕਰਦਾ ਰਹਿੰਦਾ, ਰਾਤ ਨੂੰ ਘਰ ਗਿਆ ਹੋਇਆ ਉੱਥੇ ਸੁਪਨੇ ਦੇ ਵਿੱਚ ਦੁੱਖ ਭੋਗਦਾ ਫਿਰਦਾ, ਉਹਨੂੰ ਨਹੀਂ ਪਤਾ ਵੀ ਮੈਂ ਆਪਦੇ ਘਰ ਆ ਗਿਆ, ਮਾਲਕ ਨੂੰ ਦੇਖ ਲਾਂ। ਇਸ ਲਈ ਫਿਰ ਸਤਿਗੁਰੂ ਕਹਿੰਦੇ ਵੀ ਇਹ ਦੁੱਖ ਹੈ, ਇੱਧਰ ਆਸ਼ਾ ਵਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਪਿਆ ਹੋਇਆ ਮਨਮੁਖ ਜੀਵ ਸਾਰੀ ਉਮਰ ਦੁਖੀ ਰਹਿੰਦਾ, ਦੁੱਖ ਇਕੱਠਾ ਕੀਤੀ ਜਾਂਦਾ, ਅਤੇ ਗੁਰਮੁਖ ਨਿਰਾਸ਼ ਹੋ ਜਾਂਦੇ ਇੱਧਰ ਆਸ਼ਾਵਾਂ ਦੇ ਵਿੱਚੋਂ। ਜਦੋਂ ਨਿਰਾਸ਼ ਹੋ ਗਏ ਉਹਨਾਂ ਨੂੰ ਪਰਮ ਸੁੱਖ ਦੀ ਪ੍ਰਾਪਤੀ। ਇਸ ਲਈ ਮਹਾਰਾਜ ਕਹਿੰਦੇ, ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿੱਤ ਲਾਇਆ, ਗੁਰਮੁਖ ਭਏ ਨਿਰਾਸ਼, ਪਰਮ ਸੁੱਖ ਪਾਇਆ। ਬਈ ਗੁਰਮੁਖਾਂ ਨੇ ਪਰਮ ਸੁੱਖ ਦੀ ਪ੍ਰਾਪਤੀ ਕੀਤੀ, ਕਿਉਂਕਿ ਉਹ ਇੱਧਰ ਆਸ਼ਾ ਵਿਲਾਸ਼ਾਵਾਂ ਤੋਂ ਨਿਰਾਸ਼ ਹੋ ਗਏ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਮੁੱਕਣੀਆਂ ਹੀ ਨਹੀਂ ਸੰਸਾਰ ਦੀਆਂ, ਇਹ ਤਾਂ ਗਾਂ ਦੀ ਗਾਂ ਹੋਰ ਵੱਧਦੀ ਜਾਂਦੀ, ਅੱਗੇ ਦੀ ਅੱਗੇ ਵੱਧਦੀ ਜਾਂਦੀ, ਇਹ ਕਦੇ ਆਸ ਪੂਰੀ ਨਹੀਂ ਹੁੰਦੀ। ਇਸ ਕਰਕੇ ਉਹਨਾਂ ਨੇ ਆਸ਼ਾਵਾਂ ਦੇ ਵੱਲੋਂ ਮਨ ਨੂੰ ਠਾਕ ਦਿੱਤਾ, ਮਨ ਨੂੰ ਰੋਕ ਦਿੱਤਾ। ਜਦੋਂ ਮਨ ਨੂੰ ਰੋਕ ਦਿੱਤਾ ਅਤੇ ਨਿਰਾਸ਼ ਹੋ ਗਏ, ਸੰਸਾਰ ਵਾਲੇ ਪਾਸਿਓਂ ਨਿਰਾਸ਼ ਹੋ ਗਏ, ਅਤੇ ਉਹ ਅੰਤਰਮੁਖੀ ਹੋ ਗਏ, ਅਤੇ ਉਹਨਾਂ ਨੂੰ ਪਰਮ ਸੁੱਖ ਦੀ ਪ੍ਰਾਪਤੀ ਹੋ ਗਈ, ਉਹ ਸਦਾ ਲਈ ਸੁਖੀ ਹੋ ਗਈ। ਇਸ ਵਾਸਤੇ ਹੁਣ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਆਪਾਂ ਵੀ ਇੱਧਰ ਸੰਸਾਰ ਦੀਆਂ ਆਸਾਂ ਜਿਹੜੀਆਂ ਅਭਿਲਾਸ਼ਾ ਤ੍ਰਿਸ਼ਨਾਵਾਂ, ਇਹਨਾਂ ਨੂੰ ਸੰਕੋਚਦੇ ਹੋਏ ਆਪਾਂ ਉਹਦੇ ਅੰਤਰਮੁਖੀ ਹੋਈਏ। ਆਪਾਂ ਇਹ ਖੇਲ ਨੂੰ ਸਮਝੀਏ ਵੀ ਕਿਵੇਂ ਚੱਲਦਾ, ਅਤੇ ਇਹ ਖੇਲ ਨੂੰ ਸਮਝ ਕੇ ਇਹਨੂੰ ਜਿੱਤਣ ਦੀ ਕੋਸ਼ਿਸ਼ ਕਰੀਏ। ਹੁਣ ਅਸੀਂ ਕਿਵੇਂ ਅੰਤਰਮੁਖੀ ਹੋਣਾ, ਕਿਵੇਂ ਸਾਨੂੰ ਪਰਮ ਸੁੱਖ ਦੀ ਪ੍ਰਾਪਤੀ ਹੋਣੀ, ਉਹਦੇ ਵਾਸਤੇ ਮਹਾਰਾਜ ਆਪਾਂ ਨੂੰ ਸਾਸ ਗਿਰਾਸ ਸਿਮਨ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਇਹ ਸਿਮਰਨ ਦੇ ਨਾਲ ਸਾਡਾ ਕਲਾ ਕਲੇਸ਼ ਖਤਮ ਹੁੰਦਾ। ਜੋ ਸਾਡੇ ਅੰਦਰ ਵੈਰ ਵਿਰੋਧ ਹੈ, ਉਹ ਵੈਰ ਵਿਰੋਧ ਖਤਮ ਹੁੰਦਾ। ਔਰ ਆਪਾਂ ਨੂੰ ਫਿਰ ਕਹਿੰਦੇ ਵੀ ਜਿਹਨੇ ਇਹ ਸਿਮਰਨ ਕੀਤਾ ਉਹਨੇ ਸੁਖੀ ਹੋ ਜਾਣਾ, ਉਹਦਾ ਕਲਾ ਕਲੇਸ਼ ਮਿਟ ਜਾਣਾ। ਆਪਾਂ ਰੋਜ਼ ਪੜ੍ਹਦੇ ਗੁਰੂ ਅਰਜਨ ਦੇਵ ਜੀ ਦੇ ਬਚਨ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਜਿਹਨੇ ਸਿਮਰਨ ਕੀਤਾ, ਜਿਹਨੇ ਸਤ ਸੰਗਤ ਕੀਤੀ, ਜਿਹਨੇ ਗਿਆਨ ਲਿਆ, ਉਹਦਾ ਕਲਾ ਕਲੇਸ਼ ਮਿਟਣਾ। ਜੇ ਅਸੀਂ ਸਿਰਫ ਪੜ੍ਹਨ ਤੱਕ ਹੀ ਸੀਮਤ ਹਾਂ, ਪੜ੍ਹੀ ਚਾਹੇ ਅਸੀਂ ਰੋਜ਼ ਜਾਂਦੇ ਹਾਂ, ਜੇ ਅਸੀਂ ਸਿਮਰਨ ਨਹੀਂ ਕਰਦੇ, ਉਹ ਕਲਾ ਕਲੇਸ਼ ਮਿਟਦਾ ਹੀ ਨਹੀਂ। ਆਪਾਂ ਤਾਂਹੀਓ ਦੇਖਦੇ ਹਨ ਵੀ ਜਿਹੜੇ ਰੋਜ਼ ਇਹ ਪਾਠ ਵੀ ਕਰਦੇ ਸੁਖਮਨੀ ਸਾਹਿਬ ਦਾ, ਪਰ ਉਹਨਾਂ ਦੇ ਅੰਦਰ ਹੀ ਵੈਰ ਵਿਰੋਧ, ਕਲਾ ਕਲੇਸ਼ ਉਹਨਾਂ ਦਾ ਮਿਟਦਾ ਹੀ ਕੋਈ ਨਹੀਂ। ਕਿਉਂਕਿ ਜੋ ਮਹਾਰਾਜ ਕਹਿ ਰਹੇ ਉਹ ਕਰਦੇ ਨਹੀਂ, ਉਹ ਸਿਮਰਨ ਨਹੀਂ ਕਰਦੇ। ਜੋ ਸਤਿਗੁਰੂ ਸਾਨੂੰ ਗਿਆਨ ਬਖਸ਼ਿਸ਼ ਕਰ ਰਹੇ, ਉਹ ਗਿਆਨ ਨੂੰ ਹਿਰਦੇ 'ਚ ਵਸਾਉਂਦੇ ਨਹੀਂ, ਉਹ ਸਤ ਸੰਗਤ ਨਹੀਂ ਕਰਦੇ। ਜਿਵੇਂ ਹੁਣ ਬੱਚਾ ਉਹ ਆਖੇ ਵੀ ਮੈਂ ਸਕੂਲ ਜਾਵਾਂ ਨਾ, ਅਤੇ ਮੈਨੂੰ ਆਪਦੇ ਆਪ ਹੀ ਪੜ੍ਹਾਈ ਆ ਜੇ, ਅਤੇ ਉਹਨੂੰ ਪੜ੍ਹਾਈ ਆ ਹੀ ਨਹੀਂ ਸਕਦੀ। ਇਸੇ ਕਰਕੇ ਉਹਨੂੰ ਸਕੂਲ ਭੇਜਦੇ ਹਾਂ। ਜੇ ਹੁਣ ਆਪਦੇ ਆਪ ਹੀ ਆਉਂਦੀ ਹੋਵੇ ਤਾਂ ਫਿਰ ਸਕੂਲ ਜਾਣ ਦੀ ਲੋੜ ਹੀ ਨਹੀਂ। ਔਰ ਇਸੇ ਤਰ੍ਹਾਂ ਹੀ ਜੇ ਸੰਸਾਰ ਦੀ ਪੜ੍ਹਾਈ ਨਹੀਂ ਸਾਨੂੰ ਆਪਦੇ ਆਪ ਆ ਸਕਦੀ, ਇਹ ਤਾਂ ਬ੍ਰਹਮ ਵਿਦਿਆ, ਇਹ ਤਾਂ ਬ੍ਰਹਮ ਦਾ ਗਿਆਨ ਹੈ। ਹੁਣ ਜੇ ਇੱਕ ਜੀਵ ਸੋਚਦਾ ਵੀ ਮੈਨੂੰ ਸੰਗਤ ਦੀ ਲੋੜ ਹੀ ਨਹੀਂ, ਮੈਨੂੰ ਆਪਦੇ ਆਪ ਹੀ ਆਜੂ, ਆਪਦੇ ਆਪ ਨੂੰ ਕਦੇ ਸਮਝ ਨਹੀਂ ਲੱਗ ਸਕਦੀ, ਚਾਹੇ ਉਹ ਸਾਰੀ ਉਮਰ ਪੜ੍ਹਦਾ ਰਹੇ। ਸਾਰੀ ਉਮਰ ਪੜ੍ਹਦੇ ਵੀ ਪਹਿਲਾਂ ਤਾਂ ਉਹਦਾ ਮਨ ਹੀ ਨਹੀਂ ਟਿਕਣਾ, ਫਿਰ ਉਹਦਾ ਕਲਾ ਕਲੇਸ਼ ਖਤਮ ਕੋਈ ਨਹੀਂ ਹੋਣਾ। ਜਿਵੇਂ ਹੁਣ ਆਪਾਂ ਦੇਖਦੇ ਕਈ ਜੀਵਾਂ ਨੂੰ ਸਾਰੀ ਉਮਰ ਹੋ ਗਈ, ਬਜ਼ੁਰਗ ਹੋ ਗਏ ਪੜ੍ਹਦੇ ਪੜ੍ਹਦੇ, ਅਤੇ ਜਦੋਂ ਆਪਾਂ ਦੇਖਦੇ ਹਾਂ ਵੀ ਉਹਨਾਂ ਦੇ ਅੰਦਰ ਵੈਰ ਵਿਰੋਧ ਵੀ ਉਵੇਂ ਹੀ, ਈਰਖਾ ਨਫ਼ਰਤ ਉਵੇਂ ਹੀ, ਗੁੱਸਾ ਉਹਨਾਂ ਨੂੰ ਉਵੇਂ ਹੀ ਚੜ੍ਹਦਾ ਹੈ, ਛੋਟੀ ਜਿਹੀ ਗੱਲ ਨਹੀਂ ਸਹਾਰਦੇ, ਫਿੱਕੇ ਬੋਲ ਉਹ ਉਵੇਂ ਹੀ ਬੋਲਦੇ, ਨਿੰਦਿਆ ਉਵੇਂ ਹੀ ਕਰੀ ਜਾਂਦੇ।
ਦੁਬਦਾ ਈਰਖਾ ਵੈਰ ਵਿਰੋਧ ਉਵੇਂ ਕਰੀ ਜਾਂਦੇ। ਅਤੇ ਉਹਦਾ ਕਾਰਨ ਇਹ ਹੈ ਵੀ ਜੋ ਸਾਨੂੰ ਸਤਿਗੁਰੂ ਕਹਿ ਰਹੇ, ਸਾਨੂੰ ਉਹਦੀ ਸਮਝ ਨਹੀਂ ਲੱਗੀ, ਸਾਨੂੰ ਭੇਤ ਨਹੀਂ ਆਈ, ਤਾਂ ਕਰਕੇ ਫਿਰ ਜੀਵ ਦਾ ਅੰਦਰ ਜਿਹੜਾ ਬਦਲਦਾ ਨਹੀਂ। ਇਸ ਵਾਸਤੇ ਫਿਰ ਤਾਈਓਂ ਵਡਿਆਈ ਦਿੱਤੀ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਗੁਰੂ ਵਿੱਚ ਉਹਨਾਂ ਗੁਰਮੁਖਾਂ ਨੂੰ, ਜਿਨ੍ਹਾਂ ਨੂੰ ਫਿਰ ਗੁਰਬਾਣੀ 'ਚ ਸੰਤ, ਸਾਧੂ, ਭਗਤ, ਗੁਰਮੁਖ, ਗੁਰਸਿੱਖ ਆਖੀਏ, ਜਿਨ੍ਹਾਂ ਦੇ ਮਾਲਕ ਕਿਰਪਾ ਕਰਦੇ, ਜਿਨ੍ਹਾਂ ਨੂੰ ਇਹ ਫਿਰ ਗਿਆਨ ਹੁੰਦਾ। ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ, ਉਹ ਫਿਰ ਸਾਨੂੰ ਸਮਝਾਉਂਦੇ ਵੀ ਗੁਰਬਾਣੀ ਗੁਰੂ ਸਾਨੂੰ ਆਹ ਕਹਿੰਦੇ ਨੇ, ਫਿਰ ਸਾਨੂੰ ਸਮਝ ਲੱਗਦੀ, ਨਹੀਂ ਤਾਂ ਸਾਨੂੰ ਆਪਦੇ ਆਪ ਸਮਝ ਨਹੀਂ ਲੱਗ ਸਕਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜੋ ਖੇਲ ਹੈ, ਖੇਲ ਨੂੰ ਆਪਾਂ ਚੰਗੀ ਤਰ੍ਹਾਂ ਸਮਝ ਕੇ ਇਹਦੇ ਖੇਲ ਨੂੰ ਜਿੱਤਣਾ ਹੁੰਦਾ ਵੀ, ਤਾਂ ਕਿ ਸਾਡਾ ਮਾਲਕ ਨਾਲ, ਵਾਹਿਗੁਰੂ ਨਾਲ ਮਿਲਾਪ ਹੋਵੇ। ਅਤੇ ਉਹਦੇ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਜੋ ਇਹ ਖੇਲ ਵੀ ਕਿਵੇਂ ਵੈਰ ਵਿਰੋਧ ਪੈਦਾ ਹੁੰਦਾ, ਇਹ ਪੰਜ ਕਰਦੇ ਜੋ ਆਪਾਂ ਨੂੰ ਗੁਰੂ ਅਮਰਦਾਸ ਜੀ ਨੇ ਦੱਸਿਆ ਵੀ ਕਿਵੇਂ ਇੱਕ ਪਰਿਵਾਰ ਦੀ ਇਹ ਕਹਾਣੀ ਦੱਸੀ ਆਪਾਂ ਨੂੰ। ਛੋਟੇ ਜਿਹੇ ਸ਼ਬਦ 'ਚ ਹੀ ਉਹਨਾਂ ਨੇ ਪੂਰਾ ਜੀਵਨ ਦਾ ਨਿਚੋੜ ਦੱਸ ਵੀ ਕਿਵੇਂ ਇਸਤਰੀ ਪੁਰਖ ਅੱਗੇ ਆਪਦਾ ਪਰਿਵਾਰ ਵਧਾਉਂਦੇ, ਕਿਵੇਂ ਉਹ ਬੱਚਿਆਂ ਨੂੰ ਦੇਖ ਕੇ ਖੁਸ਼ ਹੁੰਦੇ, ਕਿਵੇਂ ਉਹ ਬੱਚੇ ਧੜਿਆਂ 'ਚ ਵੰਡੇ ਜਾਂਦੇ, ਕਿਵੇਂ ਉਹ ਵੈਰ ਵਿਰੋਧ ਪੈਦਾ ਕਰਦੇ, ਕਿਵੇਂ ਉਹ ਸਾਰੀ ਉਮਰ ਉਹਨਾਂ ਲਈ ਕਮਾਈ ਕਰਦੇ ਰਹਿੰਦੇ, ਦੇਸ ਪਰਦੇਸ ਦੇ ਵਿੱਚ ਜਾ ਕੇ ਇਕੱਠਾ ਕਰਦੇ ਧਨ, ਉਹਨਾਂ ਦੇ ਆ ਕੇ ਮੂੰਹ 'ਚ ਪਾਉਂਦੇ। ਅਤੇ ਅੰਤ ਨੂੰ ਕੀ ਹੁੰਦਾ, ਅੰਤ ਇਹ ਹੋਵੇ ਵੈਰ ਵਿਰੋਧ, ਉਹ ਸਕੇ ਨਾ ਛਡਾਇਆ, ਕੋਈ ਛਡਾ ਨਹੀਂ ਸਕਦਾ। ਅਤੇ ਅਸੀਂ ਛੁੱਟ ਤਾਂ ਸਕਦੇ ਹਾਂ ਜੇ ਹੁਣ ਅਸੀਂ ਗੁਰੂ ਦੀ ਸ਼ਰਨ 'ਚ ਆਈਏ, ਜੇ ਅਸੀਂ ਇਹ ਸਤ ਸੰਗਤ ਕਰੀਏ, ਸਿਮਰਨ ਕਰੀਏ, ਜੇ ਅਸੀਂ ਗਿਆਨ ਲਈਏ, ਤਾਂ ਫਿਰ ਅਸੀਂ ਛੁੱਟ ਸਕਦੇ, ਸਤਿਗੁਰੂ ਸਾਨੂੰ ਛਡਾ ਸਕਦੇ। ਅਤੇ ਜੇ ਅਸੀਂ ਆਖੀਏ ਆਪਦੀ ਮੱਤ ਦੇ ਨਾਲ ਸੰਸਾਰ ਦੇ ਵਿੱਚ ਅਸੀਂ ਛੁੱਟ ਜਾਂਗੇ, ਅਤੇ ਅਸੀਂ ਛੁੱਟ ਨਹੀਂ ਸਕਦੇ। ਉਹ ਵੈਰ ਵਿਰੋਧ ਹੋਰ ਵਧੀ ਜਾਣ, ਉਹ ਦੁੱਖ ਅੱਗੇ ਦੀ ਅੱਗੇ ਹੋਰ ਵਧੀ ਜਾਣੇ, ਉਹ ਹੋਰ ਅਸੀਂ ਗਾਂ ਦੀ ਗਾਂ ਪੈਦਾ ਕੀਤੀ ਜਾਣ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਸਾਡੇ ਬਹੁਤ ਵੱਡੇ ਭਾਗ ਹੋਣ, ਫਿਰ ਇਹ ਸਾਨੂੰ ਸਤ ਸੰਗਤ ਮਿਲਦੀ, ਅਤੇ ਸਤ ਸੰਗਤ ਦੇ ਵਿੱਚ ਆ ਕੇ ਫਿਰ ਇਹ ਸਾਨੂੰ ਗਿਆਨ ਹੁੰਦਾ, ਅਤੇ ਫਿਰ ਸਾਡਾ ਜਿਹੜਾ ਮਨ ਹੈ ਇਹ ਨਿਰਮਲ ਹੁੰਦਾ, ਸਾਡੇ ਮਨ ਦੀ ਮੈਲ ਉਤਰਦੀ, ਅਤੇ ਫਿਰ ਅਸੀਂ ਆਪਦੇ ਘਰ ਵਾਪਸ ਜਾਂਦੇ, ਮਾਲਕ ਨਾਲ ਮਿਲਾਪ ਕਰਦੇ। ਤਾਈਓਂ ਮਹਾਰਾਜ ਫਿਰ ਆਪਾਂ ਨੂੰ ਬੜੇ ਭਾਗੀ ਕਹਿੰਦੇ, ਜੋ ਇਹ ਆਪਾਂ ਨੂੰ ਸਤ ਸੰਗਤ ਪ੍ਰਾਪਤ ਹੈ ਨਾ, ਇਹ ਵੱਡੇ ਭਾਗਾਂ ਦੀ ਨਿਸ਼ਾਨੀ। ਮਹਾਰਾਜ ਕਹਿੰਦੇ ਬੜ ਭਾਗੀ ਸਤ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ। ਵੀ ਜਿਹੜੇ ਭਾਗਾਂ ਤੋਂ ਹੀਣੇ ਉਹ ਸਤ ਸੰਗਤ 'ਚ ਤਾਂ ਆਉਂਦੇ ਨੇ, ਉਹ ਭਰਮ ਦੇ ਵਿੱਚ ਉਹ ਦੁਖੀ ਤਾਂ ਹੋਈ ਜਾਣਗੇ ਹੋਰ, ਪਰ ਉਹ ਸੰਗਤ 'ਚ ਨਹੀਂ ਆਉਣਗੇ, ਉਹ ਸਿਮਰਨ ਨਹੀਂ ਕਰਨਗੇ। ਅਤੇ ਇਸ ਵਾਸਤੇ ਕਹਿੰਦੇ ਵੀ ਬਿਨਾਂ ਭਾਗਾਂ ਤੋਂ ਫਿਰ ਇਹ ਸਤ ਸੰਗਤ ਮਿਲਦੀ ਨਹੀਂ, ਅਤੇ ਸਤ ਸੰਗਤ ਤੋਂ ਬਿਨਾਂ ਇਹ ਸਾਨੂੰ ਗਿਆਨ ਨਹੀਂ ਹੁੰਦਾ, ਅਤੇ ਸਾਡੇ ਦੁੱਖ ਖਤਮ ਨਹੀਂ ਹੁੰਦੇ, ਸਾਡਾ ਮਨ ਨਹੀਂ ਧੋਤਾ ਜਾਂਦਾ, ਮਨ ਨਿਰਮਲ ਨਹੀਂ ਹੁੰਦਾ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਸੋ ਇਸ ਵਾਸਤੇ ਗੁਰਮੁਖ ਪਿਆਰੇ, ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਇਹ ਆਪਾਂ ਸਤ ਸੰਗਤ ਕਰਨੀ। ਇਹ ਆਪਾਂ ਬੇਨਤੀਆਂ ਕਰਨੀਆਂ ਹੁੰਦੀਆਂ ਮਾਲਕ ਬਈ ਮਹਾਰਾਜ ਸਾਡੇ 'ਤੇ ਕਿਰਪਾ ਕਰ, ਸਾਨੂੰ ਸਤ ਸੰਗਤ ਨਾ ਛਡਾਈ, ਵੀ ਇਹ ਜਦ ਤੱਕ ਸਾਡੇ ਸਵਾਸ ਚੱਲਦੇ, ਆਖਰੀ ਸਵਾਸਾਂ ਤੱਕ ਅਸੀਂ ਸਤ ਸੰਗਤ ਨਾ ਛੱਡੀਏ। ਇਹ ਫਿਰ ਆਪਾਂ ਮੰਗਣਾ ਹੁੰਦਾ, ਜਿਵੇਂ ਮਹਾਰਾਜ ਕਹਿੰਦੇ ਬਈ ਮਾਲਕ ਤੋਂ ਮੰਗਦੇ, ਕਹੋ ਨਾਨਕ ਪ੍ਰਭ ਬਖਸ਼ ਕਰੀਜੇ, ਕਰ ਕਿਰਪਾ ਮੋਹਿ ਸਾਧ ਸੰਗ ਦੀਜੇ। ਵੀ ਸਾਡੇ 'ਤੇ ਬਖਸ਼ਿਸ਼ ਕਰੋ, ਕਾਹਦੀ, ਸਾਨੂੰ ਸਤ ਸੰਗਤ ਮਿਲੋ। ਜੇ ਆਪਾਂ ਨੂੰ ਸਤ ਸੰਗਤ ਮਿਲੀ ਹੈ ਤਾਂ ਇਹ ਵੱਡੇ ਭਾਗਾਂ ਦੀ ਨਿਸ਼ਾਨੀ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਵੱਧ ਤੋਂ ਵੱਧ ਸਤ ਸੰਗਤ ਕਰੋ। ਸੋ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ,
ਉਸੇ ਗਿਆਨ ਨੂੰ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਮਨ 'ਚ ਵਸ ਜੇ, ਇਹਨੂੰ ਵੀ ਸਾਡੇ ਮਨ ਨੂੰ ਵੀ ਇਹ ਗਿਆਨ ਹੋ ਜੀ, ਸੋਝੀ ਆ ਜੇ ਅਤੇ ਆਪਦੇ ਜੀਵਨ ਦਾ ਲਾਹਾ ਕੱਟ ਲਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿ